हाँ जी स्टूडेंट्स, ਅੱਜ ਅਸੀਂ ਆਪਣੀ +1 ਕਲਾਸ ਦੀ ਸੈਕਸ਼ਨ ਸੀ ਦੀ 4th ਸਟੋਰੀ ਦਾ ਮਾਡਲ ਮਿਲੀਨੀਅਰ, ਜਿਸ ਨੂੰ ਕਿ ਆਸਕਰ ਵਾਈਲਡ ਨੇ ਲਿਖਿਆ ਹੋਇਆ ਹੈ, ਉਸ ਦੀ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਵਰ ਕਰਾਂਗੇ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ 11ਵੀਂ ਕਲਾਸ ਦੀਆਂ ਸੈਕਸ਼ਨ ਸੀ ਦੀਆਂ ਪਹਿਲੀਆਂ 3 ਸਟੋਰੀਜ਼ ਐਨ ਐਸਟਰੋਲੋਜਿਸਟ ਡੇ, ਦਾ ਟਾਈਗਰ ਇਨ ਦਾ ਟਨਲ ਅਤੇ ਸਪੈਰੋਸ, ਇਹਨਾਂ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਫਿਰ ਇਹਨਾਂ ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਅਤੇ ਫਿਰ ਲੌਂਗ ਆਨਸਰ ਟਾਈਪ ਕੁਐਸਚਨਸ ਦੇ ਸਾਰੇ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਕਰਦਾ ਹਾਂ ਕਿ ਤੁਸੀਂ ਇਹ ਸਾਰੇ ਵੀਡੀਓ ਜ਼ਰੂਰ ਦੇਖੇ ਹੋਣਗੇ। ਸਿਲੇਬਸ ਦੀ 4th ਸਟੋਰੀ ਦਾ ਨਾਮ ਹੈ ਦਾ ਮਾਡਲ ਮਿਲੀਨੀਅਰ ਅਤੇ ਇਸ ਸਟੋਰੀ ਨੂੰ ਆਸਕਰ ਵਾਈਲਡ ਨੇ ਲਿਖਿਆ ਹੋਇਆ ਹੈ। ਸਭ ਤੋਂ ਪਹਿਲਾਂ ਅਸੀਂ ਇਸ ਸਟੋਰੀ ਦੇ ਰਾਈਟਰ ਆਸਕਰ ਵਾਈਲਡ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। The following story is by Oscar Wilde. Oscar Wilde ਦੀ ਲਿਖੀ ਹੋਈ ਸਟੋਰੀ ਹੈ। An imaginative and witty writer of short stories, novels and plays who lived in the latter half of the 19th century. Imaginative writer ਸੀਗੇ ਜੀ, ਇੱਕ ਕਲਪਨਾਮਈ ਰਾਈਟਰ ਸੀ ਅਤੇ witty ਰਾਈਟਰ ਸੀ। ਨਾਓ witty ਦਾ ਮਤਲਬ ਹੁੰਦਾ ਹੈ ਕਿ ਅਜਿਹੀਆਂ ਗੱਲਾਂ ਜਿਨ੍ਹਾਂ 'ਚ ਹਾਸਾ ਵੀ ਹੋਵੇ ਅਤੇ ਸਮਝ ਵੀ ਹੋਵੇ। ਹਸਾਉਂਦੇ ਹਸਾਉਂਦੇ ਸਾਨੂੰ ਕੋਈ ਗੱਲ ਸਮਝਾ ਦੇਵੇ ਤਾਂ ਅਸੀਂ ਉਸ ਨੂੰ ਵਿਟੀ ਰਾਈਟਰ ਕਹਿੰਦੇ ਹਾਂ। ਅੱਛਾ, ਇਹਨਾਂ ਨੇ ਸ਼ਾਰਟ ਸਟੋਰੀਜ਼ ਲਿਖੀਆਂ, ਨਾਵਲਸ ਲਿਖੀਆਂ ਅਤੇ ਪਲੇਜ਼ ਲਿਖੀਆਂ। ਤਾਂ ਮੈਂ ਕੁਛ ਇਹਨਾਂ ਦੇ ਵਰਕਸ ਦੇ ਬਾਰੇ ਦੱਸਣਾ ਜ਼ਰੂਰ ਚਾਹਾਂਗਾ। ਜਿਵੇਂ ਇਹਨਾਂ ਦਾ ਇਕਲੌਤਾ ਨਾਵਲ ਹੈ ਜੀ ਦਾ ਪਿਕਚਰ ਆਫ ਡੋਰੀਅਨ ਗਰੇ, ਬਹੁਤ ਹੀ ਪਪੂਲਰ ਹੋਇਆ ਸੀ। ਇਸੇ ਤਰ੍ਹਾਂ ਇਹਨਾਂ ਨੇ ਬਹੁਤ ਸਾਰੀਆਂ ਕਾਮੇਡੀ ਪਲੇਜ਼ ਲਿਖੇ ਨੇ, ਡਰਾਮੈਟਿਸਟ ਵੀ ਰਹੇ ਨੇ ਜੀ। ਤਾਂ ਜ਼ਿਆਦਾ ਇਹ ਮਸ਼ਹੂਰ ਹੋਏ ਨੇ ਆਪਣੇ ਕਾਮੇਡੀ ਪਲੇਜ਼ ਕਰਕੇ, ਜਿਨ੍ਹਾਂ ਦੇ ਵਿੱਚੋਂ ਇਹਨਾਂ ਦਾ ਇੱਕ ਪਲੇ ਸੀ ਲੇਡੀ ਵਿੰਡਰਮੀਅਰਸ ਫੈਨ, ਜਿਵੇਂ ਕਿ ਤੁਸੀਂ ਪਿਕ ਦੇ ਵਿੱਚ ਦੇਖ ਰਹੇ ਹੋ। ਅਤੇ ਇੱਕ ਇਹਨਾਂ ਦਾ ਸਭ ਤੋਂ ਜ਼ਿਆਦਾ ਪਪੂਲਰ ਜਿਹੜਾ ਇਹਨਾਂ ਦਾ ਕਾਮੇਡੀ ਪਲੇ ਸੀ ਉਹ ਸੀ ਜੀ ਦਾ ਇੰਪੋਰਟੈਂਸ ਆਫ ਬੀਇੰਗ ਅਰਨੈਸਟ। ਜਿਵੇਂ ਕਿ ਦੱਸਿਆ ਹੈ ਕਿ ਇਹ 19ਵੀਂ ਸਦੀ ਦੇ ਬਾਅਦ ਵਾਲੇ ਹਾਫ ਦੇ ਵਿੱਚ ਇਹਨਾਂ ਦਾ ਲਾਈਫ ਪੀਰੀਅਡ ਰਿਹਾ ਅਤੇ ਆਪਣੇ ਇਹ ਲਾਈਫ ਪੀਰੀਅਡ ਦੇ ਵਿੱਚ ਬਹੁਤ ਪਪੂਲਰ ਹੋਏ। ਪਰ ਇਹਨਾਂ ਦੀ ਜ਼ਿੰਦਗੀ ਅਪਸ ਐਂਡ ਡਾਊਨਸ ਨਾਲ ਭਰੀ ਹੋਈ ਹੈ। ਆਪਣੀ ਜ਼ਿੰਦਗੀ ਦੇ ਐਂਡ ਵਾਲੇ ਪੀਰੀਅਡ ਦੇ ਵਿੱਚ 2 ਸਾਲ ਜੇਲ੍ਹ ਵੀ ਇਹਨਾਂ ਨੇ ਕੱਟੀ ਹੈ ਅਤੇ ਅੰਤ ਦੇ ਵਿੱਚ ਇਹ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਕੇ ਇਹਨਾਂ ਦੀ ਡੈਥ ਵੀ ਹੋਈ। ਲੇਕਿਨ ਜੋ ਕੁਛ ਇਹ ਲਿਖ ਕੇ ਗਏ ਨੇ ਉਹ ਮਿਸਾਲ ਬਣ ਚੁੱਕਿਆ ਹੈ। ਤਾਂ ਇਹਨਾਂ ਦੇ ਵਰਕਸ ਦੇ ਵਿੱਚ ਕੁਝ ਇਹੋ ਜਿਹੀ ਗੱਲਾਂ ਲਿਖਦੇ ਸੀਗੇ ਜੋ ਕਿ ਯਾਦਗਾਰ ਬਣ ਗਈਆਂ ਅਤੇ ਅੱਜ ਕੱਲ੍ਹ ਵੀ ਕੋਟਸ ਹੁੰਦੀਆਂ ਨੇ ਜਗ੍ਹਾ ਜਗ੍ਹਾ। ਉਹਨਾਂ 'ਚੋਂ ਕੁਝ ਸੈਂਟੈਂਸਿਸ ਤਾਂ ਸਾਨੂੰ ਅੱਜ ਵਾਲੀ ਸਟੋਰੀ 'ਚ ਹੀ ਪਤਾ ਲੱਗ ਜਾਣਗੇ, ਜਿਸ ਤੋਂ ਤੁਹਾਨੂੰ ਇਸ ਰਾਈਟਰ ਦੀ ਕਾਬਲੀਅਤ ਦਾ ਅੰਦਾਜ਼ਾ ਜ਼ਰੂਰ ਹੋਏਗਾ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ 'ਤੇ ਦੀਪਕ ਸੂਦ 'ਤੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ 'ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਸਟੋਰੀ ਦੇ ਪਹਿਲੇ ਸੈਂਟੈਂਸ ਤੋਂ ਹੀ ਸਾਨੂੰ ਇਹਨਾਂ ਦੀ ਕਾਬਲੀਅਤ ਦਾ ਪਤਾ ਲੱਗ ਜਾਂਦਾ ਹੈ। ਕਹਿੰਦੇ ਅਨਲੈਸ ਵਨ ਇਜ਼ ਵੈਲਦੀ ਦੇਅਰ ਇਜ਼ ਨੋ ਯੂਜ਼ ਇਨ ਬੀਇੰਗ ਅ ਚਾਰਮਿੰਗ ਫੈਲੋ। ਕਹਿੰਦੇ ਜਦ ਤੱਕ ਬੰਦਾ ਵੈਲਦੀ ਨਹੀਂ ਹੈ ਨਾ, ਵੈਲਦੀ ਦਾ ਮਤਲਬ ਧਨੀ, ਜੋ ਕਿ ਧਨਵਾਨ ਹੋਵੇ, ਤਾਂ ਜਦ ਤੱਕ ਕੋਈ ਇਨਸਾਨ ਵੈਲਦੀ ਨਹੀਂ ਹੈ, ਧਨਵਾਨ ਨਹੀਂ ਹੈ, ਤਾਂ ਉਸ ਨੂੰ ਸੋਹਣੇ ਹੋਣ ਦਾ ਕੋਈ ਫਾਇਦਾ ਨਹੀਂ। ਕਿ ਜੇਕਰ ਬੰਦਾ ਸੋਹਣਾ ਹੈ ਅਤੇ ਗਰੀਬ ਹੈ, ਉਹਦਾ ਕੋਈ ਫਾਇਦਾ ਨਹੀਂ। ਉਹਦੇ ਕੋਲ ਪੈਸਾ ਹੈ ਤਾਂ ਹੀ ਫਾਇਦਾ ਹੈ। ਰੋਮੈਂਸ ਇਜ਼ ਦਾ ਪ੍ਰਿਵਿਲੇਜ ਆਫ ਦਾ ਰਿਚ, ਨੋਟ ਦੀ ਪ੍ਰੋਫੈਸ਼ਨ ਆਫ ਦੀ ਅਨਇੰਪਲਾਇਡ। ਦੂਜੀ ਲਾਈਨ ਦੇਖੋ, ਕਹਿੰਦੇ ਜਿਹੜਾ ਰੋਮੈਂਸ ਕਰਨਾ ਨਾ, ਇੱਥੇ ਰੋਮੈਂਸ ਦਾ ਮਤਲਬ ਹੈ ਜੀ ਕਿ ਜਦੋਂ ਕੋਈ ਯੰਗ ਲੜਕਾ ਕਿਸੇ ਯੰਗ ਲੜਕੀ ਨੂੰ ਚਾਹੁੰਦਾ ਹੈ ਜਾਂ ਯੰਗ ਲੜਕੀ ਯੰਗ ਲੜਕੇ ਨੂੰ ਚਾਹੁੰਦੀ ਹੈ, ਤਾਂ ਉਸ ਨੂੰ ਅਸੀਂ ਇਸ ਭਾਸ਼ਾ 'ਚ ਰੋਮੈਂਸ ਕਹਿੰਦੇ ਹਾਂ। ਕਹਿੰਦੇ ਇਹ ਜਿਹੜਾ ਰੋਮੈਂਸ ਹੈ ਇਹ ਅਮੀਰਾਂ ਦੇ ਚੋਚਲੇ ਹੈ ਨਾ। ਪ੍ਰਿਵਿਲੇਜ ਦਾ ਮਤਲਬ ਹੁੰਦਾ ਜੀ ਸਪੈਸ਼ਲ ਰਾਈਟ, ਹੈ ਨਾ। ਕਹਿੰਦੇ ਰੋਮੈਂਸ ਕਰਨ ਦਾ ਅਧਿਕਾਰ ਅਮੀਰਾਂ ਕੋਲੇ ਹੈ। ਨੋਟ ਦਾ ਪ੍ਰੋਫੈਸ਼ਨ ਆਫ ਦੀ ਅਨਇੰਪਲਾਇਡ, ਤਾਂ ਇੱਕ ਬੇਰੁਜ਼ਗਾਰ ਇਨਸਾਨ ਦਾ ਇਹ ਕੰਮ ਨਹੀਂ ਹੈ। ਇੱਥੇ ਕੀ ਕਹਿਣਾ ਚਾਹੁੰਦਾ ਰਾਈਟਰ ਕਿ ਜੇ ਤੁਹਾਡੇ ਕੋਲੇ ਪੈਸਾ ਨਹੀਂ, ਜੇ ਤੁਹਾਡੇ ਕੋਲੇ ਕੰਮ ਨਹੀਂ, ਤੁਸੀਂ ਬੇਰੁਜ਼ਗਾਰ ਫਿਰਦੇ ਹੋ, ਤਾਂ ਭੁੱਲ ਜਾਓ ਕਿ ਕਿਸੇ ਨਾਲ ਤੁਸੀਂ ਰੋਮੈਂਸ ਕਰ ਲਓਗੇ। ਦਾ ਪੂਅਰ ਸ਼ੁੱਡ ਬੀ ਪ੍ਰੈਕਟੀਕਲ ਐਂਡ ਪ੍ਰੋਜ਼ੇਕ। ਤੀਸਰੀ ਲਾਈਨ ਦੇਖੋ,
ਕਹਿੰਦੇ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਪ੍ਰੈਕਟੀਕਲ ਹੋਣਾ ਚਾਹੀਦਾ। ਪ੍ਰੈਕਟੀਕਲ ਦਾ ਮਤਲਬ ਕੰਮ ਕਾਰ ਕਰਨ ਉਹ, ਅਤੇ ਪ੍ਰੋਜ਼ੇਕ ਹੋਣਾ ਚਾਹੀਦਾ। ਪ੍ਰੋਜ਼ੇਕ ਦਾ ਮਤਲਬ ਉਹ ਸਿੰਪਲ ਜਿਹੇ ਹੋਣੇ ਚਾਹੀਦੇ ਨੇ, ਫੂਫ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਪਹਿਲਾਂ ਹੀ ਦੱਸਤੀ ਕਿ ਫੂਫ ਵਾਲੀਆਂ ਗੱਲਾਂ ਕਿਹਨਾਂ ਦਾ ਅਧਿਕਾਰ ਹੈ? ਅਮੀਰਾਂ ਦਾ। ਇਟ ਇਜ਼ ਬੈਟਰ ਟੂ ਹੈਵ ਅ ਪਰਮਾਨੈਂਟ ਇਨਕਮ ਦੈਨ ਟੂ ਬੀ ਫੈਸੀਨੇਟਿੰਗ। ਹੁਣ ਦੇਖੋ ਇੱਥੇ ਰਾਈਟਰ ਨੇ ਇੱਕ ਬਹੁਤ ਹੀ ਖੂਬਸੂਰਤ ਗੱਲ ਕਹੀ ਹੈ। ਮੈਂ ਤਾਂ ਦੇਖੋ ਜੀ ਆਸਕਰ ਵਾਈਲਡ ਦਾ ਬਹੁਤ ਵੱਡਾ ਫੈਨ ਹੈ। ਮੈਂ ਇਹਨਾਂ ਦੇ ਬਹੁਤ ਵਰਕਸ ਪੜ੍ਹੇ ਨੇ ਅਤੇ ਇਹਨਾਂ ਦੀਆਂ ਗੱਲਾਂ ਕੁਛ ਐਸੀਆਂ ਨੇ, ਇਹ ਕੁਛ ਇਸ ਤਰ੍ਹਾਂ ਦਾ ਲਿਖਦੇ ਨੇ ਕਿ ਬਸ ਉਹ ਮਿਸਾਲ ਹੀ ਹੁੰਦੀ ਹੈ। ਤੁਸੀਂ ਆਹ ਲਾਈਨ ਦੇਖੋ ਕੀ ਕਹਿੰਦੇ ਆ। ਕਹਿੰਦੇ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਨੇ। ਕਹਿੰਦੇ ਇੱਕ ਤਾਂ ਉਹ ਇਨਸਾਨ ਜਿਹਦੇ ਕੋਲ ਪਰਮਾਨੈਂਟ ਇਨਕਮ ਹੋਵੇ, ਮਤਲਬ ਉਸਦੀ ਇੱਕ ਬੱਝਵੀਂ ਤਨਖਾਹ ਲੱਗੀ ਹੋਈ ਹੈ, ਉਹ ਜ਼ਿਆਦਾ ਵਧੀਆ ਹੈ ਬਜਾਏ ਉਸ ਇਨਸਾਨ ਤੋਂ ਜਿਹੜਾ ਸੋਹਣਾ ਤਾਂ ਹੈ, ਫੈਸੀਨੇਟਿੰਗ ਜਿਹੜਾ ਅਟਰੈਕਟ ਕਰਦਾ ਕਿਸੇ ਨੂੰ, ਲੇਕਿਨ ਉਹਦੀ ਤਨਖਾਹ ਬੱਝਵੀਂ ਨਹੀਂ, ਉਹਦੇ ਜੇਬ 'ਚ ਫੁੱਟੀ ਕੌੜੀ ਨਹੀਂ ਹੈ, ਉਸ ਬੰਦੇ ਕੋਲ ਪੈਸਾ ਹੈ ਨਹੀਂ, ਅਟਰੈਕਟਿਵ ਜ਼ਰੂਰ ਹੈ, ਸੋਹਣਾ ਜ਼ਰੂਰ ਹੈ, ਲੇਕਿਨ ਉਹਦੇ ਨਾਲੋਂ ਉਹ ਬੰਦਾ ਵਧੀਆ ਜਿਹਦੀ ਪਰਮਾਨੈਂਟ ਇਨਕਮ ਹੈ, ਚਾਹੇ ਉਹ ਸੋਹਣਾ ਨਾ ਹੀ ਹੋਵੇ। ਤਾਂ ਇਸ ਲਾਈਨ ਦਾ ਮਤਲਬ ਇਹ ਹੈ, these are the great truths of modern life which Huey Erskine never realized। ਨਾ ਹੁਣ ਇੱਥੇ ਜੀ ਸਾਡੀ ਸਟੋਰੀ ਦਾ ਮੇਨ ਜਿਹੜਾ ਕਰੈਕਟਰ ਹੈ, ਸਾਡਾ ਹੀਰੋ ਹੈ ਜਿਹੜਾ, ਉਹਦੀ ਐਂਟਰੀ ਹੋ ਜਾਂਦੀ ਹੈ ਅਤੇ ਉਸਦਾ ਨਾਮ ਹੈ ਹਿਊਈ ਇਰਸਕਿਨ। ਕਹਿੰਦੇ ਇਹ ਸੱਚਾਈਆਂ ਨੇ ਜੀ, ਗ੍ਰੇਟ ਟਰੂਥਸ ਨੇ, ਸੱਚੀਆਂ ਨੇ ਇਹ ਗੱਲਾਂ ਸਾਡੀ ਅਜੋਕੇ ਜੀਵਨ ਦੀਆਂ, ਜਿਹੜੀਆਂ ਕਿ ਹਿਊਈ ਇਰਸਕਿਨ ਨੇ ਕਦੇ ਨਹੀਂ ਸੋਚੀਆਂ ਜਾਂ ਉਸਨੇ ਕਦੇ ਧਿਆਨ 'ਚ ਨਹੀਂ ਲੈ ਕੇ। ਕਿਹੜੀਆਂ ਸੱਚਾਈਆਂ? ਜੋ ਰਾਈਟਰ ਨੇ ਹੁਣੀ ਦੱਸੀਆਂ ਕਿ ਪੈਸਾ ਜ਼ਿਆਦਾ ਇੰਪੋਰਟੈਂਟ ਹੈ ਬਜਾਏ ਸੋਹਣਾ ਹੋਣ ਨਾਲੋਂ। ਪੂਅਰ ਹਿਊਈ, ਬੇਚਾਰਾ ਹਿਊਈ, ਇੰਟਲੈਕਚੁਅਲੀ ਵੀ ਮਸਟ ਐਡਮਿਟ ਹੀ ਵਾਜ਼ ਨੋਟ ਆਫ ਮਚ ਇੰਪੋਰਟੈਂਸ। ਜੇ ਅਸੀਂ ਇੰਟਲੈਕਚੁਅਲੀ ਦੇਖੀਏ, ਮਤਲਬ ਜੇ ਅਸੀਂ ਦਿਮਾਗ ਨਾਲ ਸੋਚੀਏ, ਤਾਂ ਸਾਨੂੰ ਇਹ ਮੰਨਣਾ ਪਊਗਾ ਕਿ ਉਹ ਖਾਸ ਇੰਪੋਰਟੈਂਸ ਨਹੀਂ ਸੀ ਰੱਖਦਾ। ਕਿਉਂ ਨਹੀਂ ਸੀ ਇੰਪੋਰਟੈਂਸ ਰੱਖਦਾ? ਕਿਉਂਕਿ ਉਹ ਗਰੀਬ ਸੀ। ਇੱਥੇ ਹੁਣ ਪੂਅਰ ਸ਼ਬਦ ਆ ਗਿਆ ਨਾ, ਤਾਂ ਪੂਅਰ ਤੋਂ ਸਾਨੂੰ ਪਤਾ ਲੱਗ ਗਿਆ ਕਿ ਉਹਦੀ ਇੰਪੋਰਟੈਂਸ ਇੰਨੀ ਜ਼ਿਆਦਾ ਨਹੀਂ ਸੀ। ਹੀ ਨੈਵਰ ਸੈਡ ਅ ਬ੍ਰਿਲੀਅੰਟ ਔਰ ਈਵਨ ਐਨ ਇਲ ਨੇਚਰਡ ਥਿੰਗ ਇਨ ਹਿਜ਼ ਲਾਈਫ। ਇਸ ਲਾਈਨ ਦੇ ਵਿੱਚ ਹਿਊਈ ਦੀ ਖਾਸੀਅਤ ਦੱਸੀ ਹੋਈ ਹੈ ਕਿ ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਇਨ ਹਿਜ਼ ਲਾਈਫ ਕਦੇ ਵੀ ਇਲ ਨੇਚਰਡ ਥਿੰਗ, ਕੋਈ ਮਾੜੀ ਗੱਲ ਕਦੇ ਵੀ ਉਸਨੇ ਕਿਸੇ ਨੂੰ ਨਹੀਂ ਸੀ ਕਹੀ। ਬਟ ਦੈਨ ਹੀ ਵਾਜ਼ ਵੰਡਰਫੁਲੀ ਗੁੱਡ ਲੁਕਿੰਗ with his crisp brown hair, clear cut profile and his grey eyes। ਹੁਣ ਇਸ ਜਗ੍ਹਾ 'ਤੇ ਉਸਦੀ ਫਿਜ਼ੀਕਲ ਪਰਸਨੈਲਿਟੀ ਦਾ ਜ਼ਿਕਰ ਹੋਇਆ। ਕਹਿੰਦੇ ਬਹੁਤ ਹੀ ਜ਼ਿਆਦਾ ਸੋਹਣਾ ਸੀ ਜੀ, ਗੁੱਡ ਲੁਕਿੰਗ। ਨਾ ਇਹ ਬੱਚਿਓ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦ ਵੀ ਅਸੀਂ ਕਿਸੇ ਲੜਕੇ ਬਾਰੇ ਅਸੀਂ ਦੱਸਣਾ ਹੁੰਦਾ ਹੈ ਕਿ ਉਹ ਬਹੁਤ ਜ਼ਿਆਦਾ ਸੋਹਣਾ ਹੋਵੇ, ਤਾਂ ਅਸੀਂ ਉਸ ਦੇ ਲਈ ਗੁੱਡ ਲੁਕਿੰਗ ਯੂਜ਼ ਕਰਦੇ ਹਾਂ, ਅਤੇ ਲੜਕੀਆਂ ਦੇ ਲਈ ਅਸੀਂ ਬਿਊਟੀਫੁਲ ਯੂਜ਼ ਕਰਦੇ ਹਾਂ। ਕਈ ਵਾਰੀ ਉਲਟਾ ਪੁਲਟਾ ਹੋ ਜਾਂਦਾ, ਤਾਂ ਧਿਆਨ ਰੱਖਿਆ ਕਰੋ। ਲੜਕਿਆਂ ਲਈ ਹਮੇਸ਼ਾ ਗੁੱਡ ਲੁਕਿੰਗ, ਲੜਕੀਆਂ ਲਈ ਬਿਊਟੀਫੁਲ। ਸਮਾਰਟ ਸ਼ਬਦ ਦੋਨਾਂ ਲਈ ਯੂਜ਼ ਹੋ ਜਾਂਦਾ। ਅੱਛਾ, ਉਸਦੇ ਵਧੀਆ, ਕ੍ਰਿਸਪ ਦਾ ਮਤਲਬ ਬਿਲਕੁਲ ਸਾਫ਼, ਕਲੀਅਰ ਉਸਦੇ ਬਰਾਊਨ ਹੈਅਰ ਸੀਗੇ, ਭੂਰੇ ਰੰਗ ਦੇ ਵਾਲ ਸੀ। ਕਲੀਅਰ ਕੱਟ ਪ੍ਰੋਫਾਈਲ ਦਾ ਮਤਲਬ ਕਿ ਉਸਦਾ ਜਿਹੜਾ ਫਿਜ਼ੀਕ ਸੀਗੀ, ਉਸਦੀ ਜਿਹੜੀ ਬੋਡੀ ਸੀ ਬੜੀ ਵਧੀਆ ਸੀ, ਕਿਸੇ ਪਾਸਿਓਂ ਐਂ ਨਹੀਂ ਸੀ ਲੱਗਦਾ ਕਿ ਉਸ 'ਚ ਕੋਈ ਕਮੀ ਹੈ। ਤਾਂ ਕਲੀਅਰ ਕੱਟ ਉਸਦੀ ਪ੍ਰੋਫਾਈਲ ਸੀ। ਐਂਡ ਇਜ਼ ਗ੍ਰੇ ਆਈਜ਼, ਅਤੇ ਉੱਪਰੋਂ ਦੀ ਉਹਦੀਆਂ ਅੱਖਾਂ ਗ੍ਰੇ ਕਲਰ ਦੀਆਂ ਸੀ। ਤਾਂ ਬਹੁਤ ਹੀ ਜ਼ਿਆਦਾ ਸੋਹਣਾ ਸੀ ਜੀ ਉਹ। ਹੀ ਵਾਜ਼ ਐਜ਼ ਪੋਪੂਲਰ ਵਿਦ ਮੈਨ ਐਜ਼ ਹੀ ਵਾਜ਼ ਵਿਦ ਵਿਮਨ। ਉਹ ਆਦਮੀਆਂ ਦੇ ਵਿੱਚ ਓਨਾ ਹੀ ਪ੍ਰਸਿੱਧ ਸੀ, ਪੋਪੂਲਰ ਸੀ, ਜਿੰਨਾ ਕਿ ਔਰਤਾਂ 'ਚ। ਅਤੇ ਸਟੂਡੈਂਟਸ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਉਹ ਪੋਪੂਲਰ ਸੀਗਾ ਜਾਂ ਪ੍ਰਸਿੱਧ ਸੀਗਾ ਆਦਮੀਆਂ ਅਤੇ ਔਰਤਾਂ ਦੇ ਵਿੱਚ, ਸਿਰਫ ਇਸ ਕਰਕੇ ਨਹੀਂ ਕਿ ਉਹ ਸੋਹਣਾ ਸੀ, ਲੇਕਿਨ ਉਹ ਬਹੁਤ ਹੀ ਅੱਛੀ ਨੇਚਰ ਦਾ ਵੀ ਸੀ। ਉਹ ਸਾਨੂੰ ਪਤਾ ਲੱਗਿਆ ਕਿ ਉਸਨੇ ਅੱਜ ਤੱਕ ਆਪਣੀ ਲਾਈਫ 'ਚ ਕਦੇ ਵੀ ਕਿਸੇ ਪਰਸਨ ਨੂੰ ਕੋਈ ਗਲਤ ਗੱਲ ਨਹੀਂ ਸੀ ਬੋਲੀ, ਗਾਲ ਕੱਢਣੀ ਤਾਂ ਦੂਰ ਦੀ ਗੱਲ ਹੈ। ਐਂਡ ਹੀ ਹੈਡ ਵੈਰੀ ਅਕੰਪਲਿਸ਼ਮੈਂਟ ਐਕਸੈਪਟ ਦੈਟ ਆਫ ਮੇਕਿੰਗ ਮਨੀ। ਕਹਿੰਦੇ ਉਹਦੇ ਕੋਲ ਹਰ ਇੱਕ ਚੀਜ਼ ਸੀ, ਹੈਡ ਐਵਰੀ ਅਕੰਪਲਿਸ਼ਮੈਂਟ, ਹਰ ਇੱਕ ਚੀਜ਼ ਸੀ ਸਿਵਾਏ ਮੇਕਿੰਗ ਮਨੀ, ਪੈਸਾ ਕਮਾਉਣਾ ਨਹੀਂ ਸੀ ਜਾਣਦਾ। His father had bequeathed him his cavalry sword and a history of the Peninsular War in 15 volumes। ਹੁਣ ਉਹਦਾ ਪਿਤਾ ਮਰਨ ਤੋਂ ਬਾਅਦ ਉਹਦੇ ਲਈ ਕੀ ਛੱਡ ਕੇ ਗਿਆ? ਬਿਕਵੀਤ ਦਾ ਮਤਲਬ ਹੁੰਦਾ ਹੈ ਕੋਈ ਚੀਜ਼ ਛੱਡ ਕੇ ਜਾਣਾ। ਤਾਂ ਮਰਨ ਤੋਂ ਬਾਅਦ ਉਸਦਾ ਪਿਤਾ ਕੀ ਛੱਡ ਕੇ ਗਿਆ ਉਹਦੇ ਲਈ? ਕੈਵਲਰੀ ਸਵੋਰਡ, ਤਲਵਾਰ ਛੱਡ ਕੇ ਗਿਆ ਜੀ। ਕੈਵਲਰੀ ਸਵੋਰਡ ਦਾ ਮਤਲਬ ਹੁੰਦਾ ਜਿਹੜੇ ਘੋੜਸਵਾਰ ਯੁੱਧ ਦੇ ਵਿੱਚ ਜਾਂਦੇ, ਉਹਨਾਂ ਦੇ ਹੱਥ ਜਿਹੜੀ ਸਵੋਰਡ ਹੁੰਦੀ, ਉਹਨੂੰ ਆਪਾਂ ਕੈਵਲਰੀ ਸਵੋਰਡ ਕਹਿੰਦੇ ਹਾਂ। ਅਤੇ ਇੱਕ ਕਿਤਾਬ ਛੱਡ ਕੇ ਗਿਆ, ਉਹ ਕਿਹੜੀ ਆ? ਉਸਦਾ ਨਾਮ ਹੈ ਹਿਸਟਰੀ ਆਫ ਦੀ ਪੈਨਿਨਸੂਲਰ ਵਾਰ। ਉਹਦਾ ਫਾਦਰ ਇੱਕ ਲੜਾਈ ਵਾਲੀ ਕਿਤਾਬ ਛੱਡ ਕੇ ਗਿਆ ਜਿਸ ਦਾ ਨਾਮ ਹੈ ਹਿਸਟਰੀ ਆਫ ਪੈਨਿਨਸੂਲਰ ਵਾਰ, ਅਤੇ ਉਹਦੇ 15 ਵੋਲੀਅਮ ਸੀ, 15 ਵੋਲੀਅਮ 'ਚ ਉਹ ਬੁੱਕ ਛੱਡ ਕੇ ਗਿਆ। ਮਤਲਬ 15 ਕਿਤਾਬਾਂ ਦਾ ਇੱਕ ਵੋਲੀਅਮ ਸੀਗਾ। ਇੱਕ ਵੋਲੀਅਮ ਦਾ ਮਤਲਬ ਵੱਡਾ ਇੱਕ ਸੰਗ੍ਰਹਿ ਸੀ ਜਿਸ ਦੇ ਵਿੱਚ 15 ਕਿਤਾਬਾਂ ਸੀ। ਤਾਂ ਆਹ ਚੀਜ਼ਾਂ ਉਹਦਾ ਫਾਦਰ ਹਿਊਈ ਲਈ ਛੱਡ ਕੇ ਗਿਆ, ਪੈਸਾ ਪੂਸਾ ਕੋਈ ਛੱਡ ਕੇ ਨਹੀਂ ਗਿਆ। ਹਿਊਈ ਹੰਗ ਦਾ ਫਸਟ ਓਵਰ ਹਿਜ਼ ਲੁਕਿੰਗ ਗਲਾਸ। ਤਾਂ ਹਿਊਈ ਨੇ ਜਿਹੜੀ ਪਹਿਲੀ ਚੀਜ਼ ਉਹਦਾ ਫਾਦਰ ਕੀ ਛੱਡ ਕੇ ਗਿਆ ਸੀ? ਕੈਵਲਰੀ ਸਵੋਰਡ। ਉਹਨੂੰ ਤਾਂ ਉਹਨੇ ਆਪਣੇ ਲੁਕਿੰਗ ਗਲਾਸ ਦੇ ਉੱਪਰ ਟੰਗਤਾ, ਜਿਸ ਗਲਾਸ ਦੇ ਵਿੱਚੋਂ ਆਪਣੇ ਆਪ ਨੂੰ ਦੇਖਦਾ ਸੀਗਾ।
ਤੁਸੀਂ ਵੀ ਦੇਖਦੇ ਹੋ ਨਾ, ਸਵੇਰੇ ਸਵੇਰੇ ਉੱਠ ਕੇ ਜਦੋਂ ਤਿਆਰ ਹੋ ਕੇ ਆਉਂਦੇ ਹੋ ਤਾਂ ਗਲਾਸ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਨਿਹਾਰਦੇ ਹੋ, ਤਾਂ ਹਿਊਈ ਵੀ ਆਪਣੇ ਆਪ ਨੂੰ ਦੇਖਦਾ ਸੀਗਾ। ਉਹਦੇ ਉੱਪਰ ਉਸਨੇ ਉਹ ਕੈਵਲਰੀ ਸਵੋਰਡ ਜਿਹੜੀ ਸੀ, ਤਲਵਾਰ, ਉਹ ਟੰਗੀ ਹੋਈ ਸੀ। ਪੁੱਟ ਦੀ ਸੈਕਿੰਡ ਔਨ ਅ ਸ਼ੈਲਫ ਬਿਟਵੀਨ ਰਫਿਸ ਗਾਈਡ ਐਂਡ ਬੇਲੀਜ਼ ਮੈਗਜ਼ੀਨ। ਅਤੇ ਉਸਨੇ ਜਿਹੜੀ ਦੂਸਰੀ ਚੀਜ਼ ਕਿਹੜੀ ਛੱਡ ਕੇ ਗਿਆ ਸੀ ਉਹਦਾ ਡੈਡੀ? ਉਹ ਬੁੱਕ, ਵੋਲੀਅਮ 15 ਕਿਤਾਬਾਂ ਦਾ, ਉਸ ਨੇ ਸ਼ੈਲਫ ਦੇ ਉੱਪਰ ਰੱਖੀ ਹੋਈ ਸੀ। ਉਸ ਦੇ ਇੱਕ ਪਾਸੇ ਰਫਸ ਗਾਈਡ ਸੀ, ਇਹ ਵੀ ਕਿਤਾਬ ਹੈ, ਅਤੇ ਦੂਜੇ ਪਾਸੇ ਬੇਲੀਜ਼ ਮੈਗਜ਼ੀਨ ਸੀ। ਤਾਂ ਉਹਨਾਂ ਦੋਨਾਂ ਦੇ ਵਿਚਕਾਰ ਉਸਨੇ ਉਹ ਵਾਲਾ ਵੋਲੀਅਮ ਰੱਖਿਆ ਹੋਇਆ ਸੀ। ਐਂਡ ਲਿਵਡ ਔਨ 200 a year that an old aunt allowed him। ਫਿਰ ਹੁਣ ਬੱਚਿਓ ਤੁਹਾਡਾ ਇਹ ਕੁਐਸਚਨ ਹੋਊਗਾ ਕਿ ਜੇਕਰ ਵਿਚਾਰਾ ਗਰੀਬ ਸੀ ਅਤੇ ਉੱਪਰੋਂ ਦੀ ਉਹ ਪੈਸੇ ਕਮਾਉਣਾ ਜਾਣਦਾ ਨਹੀਂ ਸੀ, ਤੀਸਰਾ ਉਸਦੇ ਫਾਦਰ ਨੇ ਵੀ ਉਹਨੂੰ ਕੁਛ ਪੈਸੇ ਪੂਸੇ ਛੱਡ ਕੇ ਗਿਆ ਨਹੀਂ ਸੀ ਮਰਨ 'ਤੇ, ਤਾਂ ਫਿਰ ਉਹਦਾ ਗੁਜ਼ਾਰਾ ਕਿਵੇਂ ਹੁੰਦਾ ਸੀ? ਤਾਂ ਉਹਦੀ ਇੱਕ ਓਲਡ ਆਂਟ ਸੀਗੀ ਜੀ, ਆਂਟੀ ਸੀ ਕੋਈ, ਉਹ ਉਸਨੂੰ 200 ਪਾਊਂਡ 200 ਪਾਊਂਡ ਦਿੰਦੀ ਸੀ ਆ ਈਅਰ, 1 ਸਾਲ ਦੇ। ਹੁਣ ਪਾਊਂਡ ਕਿਉਂ? ਕਿਉਂਕਿ ਇਹ ਇੰਗਲੈਂਡ ਦੀ ਸਟੋਰੀ ਹੈ ਬੱਚਿਓ, ਤਾਂ ਉੱਥੇ ਤਾਂ ਪਾਊਂਡ ਚੱਲਦੇ ਆ। ਤਾਂ 200 ਪਾਊਂਡ ਦਿੰਦੀ ਸੀ ਉਸ ਨੂੰ ਸਾਲ ਦੇ, ਜਿਹਦੇ 'ਤੇ ਵਿਚਾਰੇ ਦਾ ਗੁਜ਼ਾਰਾ ਚੱਲਦਾ ਸੀ। ਹੀ ਹੈਡ ਟਰਾਈਡ ਐਵਰੀਥਿੰਗ, ਕਹਿੰਦੇ ਉਸਨੇ ਸਾਰਾ ਕੁਛ ਟਰਾਈ ਕਰਕੇ ਦੇਖਿਆ। ਹੁਣ ਇਹ ਕੁਐਸਚਨ ਆ ਜਾਂਦਾ ਨਾ, ਬੱਚੇ ਵੀ ਸੋਚਦੇ ਹੋਣਗੇ ਕਿ ਨੌਜਵਾਨ ਹੈ, ਖੂਬਸੂਰਤ ਹੈ, ਤਾਂ ਪੈਸੇ ਕਮਾਵੇ। ਟਰਾਈ ਉਹਨੇ ਸਾਰਾ ਕੁਛ ਕਰਿਆ, ਸਾਰੇ ਪਾਪੜ ਵੇਲੇ ਉਹਨੇ। ਹੀ ਹੈਡ ਗੋਨ ਔਨ ਦਾ ਸਟੋਕ ਐਕਸਚੇਂਜ ਫॉर 6 months, 6 ਮਹੀਨੇ ਸਟੋਕ ਐਕਸਚੇਂਜ 'ਚ ਜਾਂਦਾ ਰਿਹਾ ਨਾ। ਸਟੋਕ ਐਕਸਚੇਂਜ ਕੀ ਹੁੰਦਾ ਜੀ? ਸ਼ੇਅਰ ਬਾਜ਼ਾਰ। ਤੁਹਾਨੂੰ ਪਤਾ ਹੈ, ਸ਼ੇਅਰ ਚੜ੍ਹ ਗਏ, ਸ਼ੇਅਰ ਉੱਤਰ ਗਏ, ਤਾਂ ਚੱਲਦਾ ਰਹਿੰਦਾ ਕੰਮ। ਜਿਹੜੇ ਸ਼ੇਅਰਾਂ ਦਾ ਕੰਮ ਕਰਦੇ ਨੇ ਉਹਨਾਂ ਨੂੰ ਪਤਾ ਹੈ। ਤਾਂ ਸਟੋਕ ਐਕਸਚੇਂਜ ਦੇ ਵਿੱਚ ਸ਼ੇਅਰਾਂ ਦਾ ਕੰਮ ਹੁੰਦਾ, ਤਾਂ ਸਟੋਕ ਐਕਸਚੇਂਜ 'ਚ ਵੀ ਉਹ ਜਾਂਦਾ ਰਿਹਾ 6 ਮਹੀਨੇ ਲਈ। ਬਟ ਵਾਟ ਵਾਜ਼ ਅ ਬਟਰਫਲਾਈ ਟੂ ਡੂ ਐਮੰਗ ਬੁਲਜ਼ ਐਂਡ ਬੈਰਸ। ਤਾਂ ਬੱਚਿਓ ਮੈਂ ਜਿਵੇਂ ਕਿਹਾ ਕਿ ਆਸਕਰ ਵਾਈਲਡ ਬਹੁਤ ਹੀ ਵਿਟੀ ਰਾਈਟਰ ਨੇ, ਤਾਂ ਇਹਨਾਂ ਦੀ ਇਹ ਜਿਹੜੀ ਵਿਟੀ ਰਿਮਾਰਕਸ ਹੈ ਜਗ੍ਹਾ ਜਗ੍ਹਾ ਦੇਖਣ ਨੂੰ ਮਿਲਦੀਆਂ। ਦੇਖੋ ਇਹ ਵੀ ਲਾਈਨ ਬੜੀ ਵਧੀਆ ਲਿਖੀ ਹੈ ਆਸਕਰ ਵਾਈਲਡ ਨੇ। ਕਹਿੰਦੇ ਇੱਕ ਬਟਰਫਲਾਈ ਬੁਲਜ਼ ਐਂਡ ਬੈਰਸ 'ਚ ਕੀ ਕਰੂਗੀ? ਤਾਂ ਸਾਨੂੰ ਇਹ ਪਹਿਲਾਂ ਪਤਾ ਹੋਵੇ ਕਿ ਬੁਲਜ਼ ਐਂਡ ਬੈਰਸ ਤੇ ਬਟਰਫਲਾਈ ਦਾ ਮਤਲਬ ਕੀ ਹੈ। ਤਾਂ ਸਟੂਡੈਂਟਸ ਇੱਥੇ ਬੁਲਜ਼ ਐਂਡ ਬੈਰਸ ਦੇ ਉੱਪਰ 1 ਵੀ ਪਾਇਆ ਹੋਇਆ, ਤਾਂ ਆਪਾਂ 1 ਦੇ ਵਿੱਚ ਦੇਖ ਲੈਂਦੇ ਹਾਂ ਕਿ ਟਰਮ ਯੂਜ਼ਡ ਔਨ ਦਾ ਸਟੋਕ ਐਕਸਚੇਂਜ ਰੈਫਰਿੰਗ ਟੂ ਅਟੈਂਪਟ ਟੂ ਰੇਜ਼ ਬੁਲਜ਼ ਔਰ ਟੂ ਲੋਅਰ ਦੈਮ ਬੈਰਸ ਥਰੂ ਸਪੈਕੂਲੇਟਿਵ ਬਾਇੰਗ ਐਂਡ ਸੈਲਿੰਗ। ਤਾਂ ਸ਼ੇਅਰ ਮਾਰਕੀਟ 'ਚ ਕੀ ਹੁੰਦਾ ਬੱਚਿਓ ਕਿ ਜੇਕਰ ਸ਼ੇਅਰ ਮਾਰਕੀਟ ਅਪ ਹੁੰਦੀ ਹੈ ਤਾਂ ਆਪਾਂ ਕਹਿੰਦੇ ਹਾਂ ਕਿ ਉਹ ਬੁਲਿਸ਼ ਹੈ, ਤਾਂ ਆਪਾਂ ਉੱਥੇ ਉਹਨੂੰ ਬੁੱਲ ਦੇ ਹਿਸਾਬ ਨਾਲ ਦੱਸਦੇ ਹਾਂ। ਅਤੇ ਜੇ ਉਹ ਡਾਊਨ ਹੁੰਦੀ ਹੈ, ਘਟਦੀ ਹੈ, ਤਾਂ ਆਪਾਂ ਕਹਿੰਦੇ ਹਾਂ ਬੈਰਿਸ਼ ਹੈ, ਤਾਂ ਆਪਾਂ ਉਹਨੂੰ ਬੈਰ ਦੇ ਹਿਸਾਬ ਨਾਲ ਡਿਨੋਟ ਕਰਦੇ ਹਾਂ। ਤਾਂ ਬੁੱਲ ਤੁਹਾਨੂੰ ਪਤਾ ਹੈ ਬਲਦ ਨੂੰ ਕਿਹਾ ਜਾਂਦਾ ਹੈ, ਬੈਰ ਦਾ ਮਤਲਬ ਹੁੰਦਾ ਹੈ ਭਾਲੂ। ਤਾਂ ਹੁਣ ਰਾਈਟਰ ਇਹ ਕਹਿ ਰਿਹਾ ਹੈ, ਕਹਿੰਦੇ ਸਟੋਕ ਐਕਸਚੇਂਜ ਦਾ ਚਲਾ ਗਿਆ, ਤਾਂ ਬੁਲਜ਼ ਐਂਡ ਬੈਰ ਦੇ ਵਿੱਚ ਬਟਰਫਲਾਈ ਕੀ ਕਰੂਗੀ? ਹੁਣ ਦੇਖੋ ਬੁੱਲ ਤੇ ਬੈਰ ਤਾਂ ਬਹੁਤ ਲੰਬੇ ਚੌੜੇ ਤਗੜੇ ਹੁੰਦੇ ਨੇ, ਅਤੇ ਉਹਨਾਂ ਦੇ ਵਿਚਕਾਰ ਜੇ ਬਟਰਫਲਾਈ ਫਸ ਜੂਗੀ ਆ ਕੇ, ਇੱਕ ਤਿਤਲੀ ਫਸ ਜੂਗੀ, ਤਾਂ ਉਹਦਾ ਤਾਂ ਨਾਸ ਵੱਜਣਾ ਹੀ ਵੱਜਣਾ। ਤਾਂ ਉਹੀ ਕੰਮ ਕਿਹਦਾ ਹੋਇਆ? ਸਾਡੇ ਹੀਰੋ ਹਿਊਈ ਦਾ। ਤਾਂ ਸਟੋਕ ਐਕਸਚੇਂਜ 'ਚ ਜਿਹੜੇ ਉਹਨੇ 6 ਮਹੀਨੇ ਲਾਏ, ਜਿਹੜੇ ਪੈਸੇ ਉਹਨੇ ਲਾਏ ਸਾਰੇ ਚੌਪਟ ਹੋ ਗਏ। ਹੀ ਹੈਡ ਬੀਨ ਅ ਟੀ ਮਰਚੈਂਟ ਫॉर ਅ ਲਿਟਲ ਲੋਂਗਰ, ਥੋੜ੍ਹੇ ਸਮੇਂ ਲਈ ਉਹ ਚਾਹ ਦਾ ਵਪਾਰੀ ਵੀ ਰਿਹਾ। ਬਟ ਹੈਡ ਸੂਨ ਟਾਇਰਡ ਆਫ ਪੀਕੋ ਐਂਡ ਸਾਊਚੋਂਗ। ਤਾਂ ਇਹ ਜਿਹੜਾ ਪੀਕੋ ਐਂਡ ਸਾਊਚੋਂਗ ਸ਼ਬਦ ਹੈ, ਇਹਦੇ ਉੱਪਰ 2 ਪਿਆ ਹੋਇਆ, ਆਪਾਂ ਦੇਖ ਲੈਂਦੇ ਹਾਂ। ਨੇਮਸ ਆਫ ਗ੍ਰੇਡਸ ਆਫ ਬਲੈਕ ਟੀ ਫਰੋਮ ਚਾਈਨਾ, ਤਾਂ ਚਾਈਨਾ ਤੋਂ ਬਲੈਕ ਟੀ ਆਉਂਦੀ ਹੈ ਜੀ, ਤਾਂ ਉਹਦੀਆਂ ਇਹ ਕਿਸਮਾਂ ਨੇ ਪੀਕੋ ਐਂਡ ਸਾਊਚੋਂਗ। ਕਹਿੰਦੇ ਇਹਦੇ ਨਾਲ ਵੀ ਵਿਚਾਰਾ ਜਲਦੀ ਉਹ ਟਾਇਰਡ ਹੋ ਗਿਆ। ਟਾਇਰਡ ਆਫ ਦਾ ਮਤਲਬ ਇੱਥੇ ਹੀ ਨਹੀਂ ਕਿ ਉਹ ਵਪਾਰ ਕਰਦਾ ਕਰਦਾ ਥੱਕ ਗਿਆ, ਇਹਦਾ ਮਤਲਬ ਇਹ ਹੈ ਕਿ ਇੱਥੇ ਵੀ ਉਹਨੂੰ ਘਾਟਾ ਪੈ ਗਿਆ। ਸੂਨ ਦਾ ਮਤਲਬ ਜਲਦੀ ਉਹ ਘਾਟਾ ਪੈ ਗਿਆ ਇਸ ਵਪਾਰ 'ਚ ਵੀ। ਦੈਨ ਹੀ ਹੈਡ ਟਰਾਈਡ ਸੈਲਿੰਗ ਡਰਾਈ ਸ਼ੈਰੀ। ਨਾਓ ਸ਼ੈਰੀ ਕੀ ਹੈ ਜੀ? ਸ਼ੈਰੀ ਦੇ ਉੱਪਰ 3 ਨੰਬਰ ਪਿਆ, ਦੇਖ ਲੈਂਦੇ ਹਾਂ। ਸਟਰੋਂਗ ਯੈਲੋ ਬਰਾਊਨ ਸਪੈਨਿਸ਼ ਵਾਈਨ, ਤਾਂ ਸਪੇਨ 'ਚ ਵਾਈਨ ਬਣਦੀ ਹੈ ਜੀ, ਸ਼ਰਾਬ ਬਣਦੀ ਹੈ। ਸ਼ਰਾਬ ਦੀ ਕਿਸਮ ਹੈ ਜੀ ਵਾਈਨ ਐਕਚੁਅਲੀ ਜਿਹੜੀ ਸ਼ਰਾਬ ਹੁੰਦੀ ਹੈ ਤੁਹਾਨੂੰ ਪਤਾ ਬੱਚੇ ਉਹ ਗ੍ਰੇਪਸ ਤੋਂ ਬਣਦੀ ਹੈ। ਇਹ ਜਿਹੜੀ ਗ੍ਰੇਪਸ ਦੇ ਵਿੱਚ ਐਲਕੋਹਲ ਮਿਕਸ ਸ਼ਰਾਬ ਬਣਦੀ ਹੈ, ਅਸੀਂ ਉਸ ਨੂੰ ਵਾਈਨ ਕਹਿੰਦੇ ਹਾਂ। ਸਪੇਨ ਦੇ ਵਿੱਚ ਜਿਹੜੀ ਵਾਈਨ ਬਣਦੀ ਹੈ ਉਸ ਨੂੰ ਅਸੀਂ ਸ਼ੈਰੀ ਕਹਿੰਦੇ ਹਾਂ। ਉਸ ਨੇ ਡਰਾਈ ਸ਼ੈਰੀ ਵੀ ਵੇਚਣ ਦੀ ਕੋਸ਼ਿਸ਼ ਕੀਤੀ ਵੀ ਚੱਲ ਇਹਦੇ 'ਚ ਆਪਣਾ ਤੁੱਕਾ ਲੱਗ ਜੇ। ਦੈਟ ਡਿਡ ਨੋਟ ਆਂਸਰ, ਦ ਸ਼ੈਰੀ ਵਾਜ਼ ਅ ਲਿਟਲ ਟੂ ਡਰਾਈ। ਇੱਥੇ ਵੀ ਦੇਖੋ ਆਸਕਰ ਵਾਈਲਡ ਮਜ਼ਾਕ ਕਰ ਰਹੇ ਨੇ, ਇੱਥੇ ਵੀ ਉਸ ਨੂੰ ਫਾਇਦਾ ਨਹੀਂ ਹੋਇਆ ਕਿਉਂਕਿ ਜਿਹੜੀ ਸ਼ੈਰੀ ਵੇਚ ਰਿਹਾ ਸੀ ਉਹ ਕੁਝ ਜ਼ਿਆਦਾ ਸੁੱਕੀ ਸੀਗੀ, ਉੱਥੇ ਵੀ ਉਹਦਾ ਧੰਦਾ ਚੌਪਟ ਹੋ ਗਿਆ। ਅਲਟੀਮੇਟਲੀ ਹੀ ਬਿਕੇਮ ਨਥਿੰਗ। ਇੰਨੇ ਸਾਰੇ ਵਪਾਰ ਕਰਨ ਤੋਂ ਬਾਅਦ ਉਹਦਾ ਕੁਛ ਨਹੀਂ ਬਣਿਆ। ਅ ਡਿਲਾਈਟਫੁਲ ਇਨਇਫੈਕਚੁਅਲ ਯੰਗ ਮੈਨ ਵਿਦ ਅ ਪਰਫੈਕਟ ਪ੍ਰੋਫਾਈਲ ਐਂਡ ਨੋ ਪ੍ਰੋਫੈਸ਼ਨ। ਤਾਂ ਅੰਤ 'ਚ ਆਪਾਂ ਕੀ ਕਹਿ ਸਕਦੇ ਹਾਂ ਕਿ ਇੱਕ ਖੁਸ਼ ਰਹਿਣ ਵਾਲਾ ਇਨਇਫੈਕਚੁਅਲ ਯੰਗ ਮੈਨ, ਇੱਕ ਅਜਿਹਾ ਨੌਜਵਾਨ ਇਨਸਾਨ ਜਿਸ ਨੇ ਕੰਮ ਕੀਤਾ ਪਰ ਅਸਰ ਕੋਈ ਨਾ ਹੋਇਆ ਉਹਦਾ, ਬੇਅਸਰ ਨੌਜਵਾਨ ਇਨਸਾਨ, ਪਰ ਉਹਦੀ ਪ੍ਰੋਫਾਈਲ ਪਰਫੈਕਟ ਹੈ, ਦੇਖਣ 'ਚ ਬਹੁਤ ਅਟਰੈਕਟਿਵ ਹੈ, ਬਹੁਤ ਸੋਹਣਾ ਹੈ। ਐਂਡ ਨੋ ਪ੍ਰੋਫੈਸ਼ਨ, ਪਰ ਕੰਮ ਕੋਈ ਹੈ ਨਹੀਂ ਉਹਦੇ ਕੋਲ। ਟੂ ਮੇਕ ਮੈਟਰਸ ਵਰਸ ਹੀ ਵਾਜ਼ ਇਨ ਲਵ। ਮਾਮਲਾ ਹੋਰ ਖਰਾਬ ਹੋ ਗਿਆ। ਮੇਕ ਮੈਟਰਸ ਵਰਸ ਦਾ ਮਤਲਬ ਹੁੰਦਾ ਹੈ ਜਦੋਂ ਕੋਈ ਮਾਮਲਾ ਜ਼ਿਆਦਾ ਖਰਾਬ ਹੋ ਜੇ।
ਤਾਂ ਹੁਣ ਇੱਥੇ ਮਾਮਲਾ ਜ਼ਿਆਦਾ ਖਰਾਬ ਕਿਵੇਂ ਹੋ ਗਿਆ ਹਿਊਈ ਦਾ? ਹੀ ਵਾਜ਼ ਇਨ ਲਵ, ਉਹ ਕਿਸੇ ਨੂੰ ਪਿਆਰ ਕਰਦਾ ਸੀ। ਦੇਖੋ, ਜੇਬ 'ਚ ਫੁੱਟੀ ਕੋੜੀ ਨਹੀਂ, ਕੰਮ ਕੋਈ ਚੱਲ ਨਹੀਂ ਰਿਹਾ, ਪਿਆਰ ਕਰ ਬੈਠਿਆ। ਦ ਗਰਲ ਹੀ ਲਵਡ ਵਾਜ਼ ਲੌਰਾ ਮਰਟਨ। ਹੁਣ ਜਿਸ ਲੜਕੀ ਨੂੰ ਚਾਹੁੰਦਾ ਸੀ ਉਸਦਾ ਨਾਮ ਸੀ ਜੀ ਲੌਰਾ ਮਰਟਨ। ਇਹ ਸਾਡੀ ਇਸ ਸਟੋਰੀ ਦੀ ਹੀਰੋਇਨ ਹੈ। ਦੀ ਡਾਟਰ ਆਫ ਅ ਰਿਟਾਇਰਡ ਕਰਨਲ ਹੂ ਲੋਸਟ ਹਿਜ਼ ਟੈਂਪਰ ਐਂਡ ਹਿਜ਼ ਡਾਈਜੈਸ਼ਨ ਇਨ ਇੰਡੀਆ ਐਂਡ ਹੈਡ ਨੈਵਰ ਫਾਊਂਡ ਈਦਰ ਆਫ ਦੈਮ ਅਗੇਨ। ਤਾਂ ਇਹ ਜਿਹੜੀ ਲੜਕੀ ਹੈ ਜੀ, ਇਹ ਇੱਕ ਰਿਟਾਇਰਡ ਕਰਨਲ ਦੀ ਕੁੜੀ ਸੀ। ਇਹ ਵੀ ਮਾਮਲਾ ਖਰਾਬ ਕਰਨ ਵਾਲੀ ਗੱਲ ਹੈ ਕਿ ਇੱਕ ਤਾਂ ਕੁੜੀ ਨੂੰ ਪਿਆਰ ਕਰਦਾ ਹੈ, ਦੂਜੀ ਉਹ ਜਿਹੜੀ ਕੁੜੀ ਆ ਉਹ ਰਿਟਾਇਰਡ ਕਰਨਲ ਦੀ ਫੌਜੀ ਦੀ ਕੁੜੀ ਹੈ। ਚਲੋ, ਉਹ ਜਿਹੜਾ ਫੌਜੀ ਹੈ ਹੂ ਲੋਸਟ ਹਿਜ਼ ਟੈਂਪਰ, ਜਿਸਨੇ ਆਪਣਾ ਆਪਾ ਖੋਤਾ ਸੀ ਅਤੇ ਆਪਣੀ ਡਾਈਜੈਸ਼ਨ ਖੋਤੀ ਸੀ। ਡਾਈਜੈਸ਼ਨ ਦਾ ਮਤਲਬ ਆਪਾਂ ਕੁਝ ਖਾ ਲਈਏ ਤੇ ਆਪਣਾ ਪੇਟ ਜਲਦੀ ਖਰਾਬ ਹੋ ਜਾਏ ਤਾਂ ਇਹੋ ਜਿਹੀ ਬਿਮਾਰੀ ਲੱਗ ਜੇ। ਤਾਂ ਉਹਨੇ ਡਾਈਜੈਸ਼ਨ ਕਿੱਥੇ ਖੋਈ ਜੀ? ਇਨ ਇੰਡੀਆ। ਸਾਡੇ ਭਾਰਤ ਦਾ ਨਾਮ ਆ ਗਿਆ ਜੀ। ਤਾਂ ਇੰਡੀਆ 'ਚ ਕਿਤੇ ਉਹਦੀ ਪੋਸਟਿੰਗ ਹੋਈ ਹੋਣੀ, ਜਿੱਥੇ ਉਹਨੇ ਡਾਈਜੈਸ਼ਨ ਤੇ ਆਪਣਾ ਟੈਂਪਰ ਲੂਜ਼ ਕਰਨਾ ਸ਼ੁਰੂ ਕਰਤਾ। ਅਤੇ ਫਿਰ ਇਹ ਦੋਨੇ ਚੀਜ਼ਾਂ ਉਸਨੇ ਕਦੇ ਨਹੀਂ ਪ੍ਰਾਪਤ ਕੀਤੀਆਂ, ਦੈਮ ਅਗੇਨ, ਦੁਬਾਰਾ ਕਦੇ ਨਹੀਂ ਪ੍ਰਾਪਤ ਕੀਤੀਆਂ। ਕਿਸ ਦੀ ਗੱਲ ਹੋ ਰਹੀ ਹੈ ਜੀ? ਉਹੀ ਰਿਟਾਇਰਡ ਕਰਨਲ ਦੀ ਗੱਲ ਹੋ ਰਹੀ ਹੈ। ਲੌਰਾ ਅਡੋਰਡ ਹਿਮ, ਲੌਰਾ ਵੀ ਉਸ ਨੂੰ ਪਿਆਰ ਕਰਦੀ ਸੀ। ਐਂਡ ਵਾਜ਼ ਰੈਡੀ ਟੂ ਕਿਸ ਹਰ ਸ਼ੂ ਸਟਿੰਗਸ, ਅਤੇ ਜਿੰਨਾ ਵੀ ਉਸ ਕੋਲ ਪੈਸਾ ਸੀ ਹਿਊਈ ਕੋਲੇ, ਉਸ 'ਚ ਉਹ ਆਪਣਾ ਗੁਜ਼ਰ ਬਸਰ ਕਰਨ ਲਈ ਤਿਆਰ ਸੀ ਵੀ ਚੱਲ ਠੀਕ ਹੈ, ਤੇਰੇ ਕੋਲੇ ਪੈਸਾ ਹੈ ਨਹੀਂ, ਮੈਂ ਤੇਰੇ ਨਾਲ ਰਹਿਣ ਨੂੰ ਤਿਆਰ ਹਾਂ। ਤਾਂ ਪਿਆਰ ਤਾਂ ਸੱਚਾ ਸੀ ਜੀ ਦੋਨਾਂ ਦਾ। ਇੱਥੋਂ ਇਹ ਪਤਾ ਲੱਗਦਾ ਹੈ ਕਿ ਲੌਰਾ ਖੁਦ ਇੱਕ ਫੌਜੀ ਦੀ ਕੁੜੀ ਸੀ, ਲੇਕਿਨ ਉਹ ਫਿਰ ਵੀ ਹਿਊਈ ਨੂੰ ਚਾਹੁੰਦੀ ਸੀ ਅਤੇ ਉਸ ਨੂੰ ਗਰੀਬ ਹਿਊਈ ਵੀ ਪਸੰਦ ਸੀ। ਦੇ ਵਰ ਦਾ ਹੈਂਡਸਮਸਟ ਕਪਲ ਇਨ ਲੰਡਨ। ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਬੱਚਿਓ ਕਿ ਲੰਡਨ ਦੀ ਸਟੋਰੀ ਹੈ। ਤਾਂ ਹੈਂਡਸਮਸਟ, ਇੱਥੇ ਆਮ ਤੌਰ 'ਤੇ ਜਿਹੜਾ ਤੁਸੀਂ ਬੱਚਿਓ ਹੈਂਡਸਮਸਟ ਦੇਖਦੇ ਹੋ 3rd ਡਿਗਰੀ ਲੱਗੀ ਹੋਈ ਹੈ। ਜ਼ਿਆਦਾਤਰ ਤੁਹਾਨੂੰ ਇਹ ਵਾਲਾ ਵਰਡ ਨਹੀਂ ਦੇਖਣ ਨੂੰ ਮਿਲੇਗਾ। ਆਪਾਂ ਜ਼ਿਆਦਾ ਮੋਰ ਹੈਂਡਸਮ ਤੇ ਮੋਸਟ ਹੈਂਡਸਮ ਯੂਜ਼ ਕਰਦੇ ਹਾਂ, ਬਟ ਇੱਥੇ ਆਸਕਰ ਵਾਈਲਡ ਨੇ ਇਹ ਵਰਡ ਯੂਜ਼ ਕੀਤਾ। ਤਾਂ ਉਹ ਪੂਰੇ ਲੰਡਨ ਦੇ ਵਿੱਚ ਸਭ ਤੋਂ ਸੋਹਣਾ ਕਪਲ ਸੀ। ਕਪਲ ਮਤਲਬ ਜੋੜਾ, ਕਿਉਂਕਿ ਆਪਾਂ ਪੜ੍ਹ ਚੁੱਕੇ ਨਾ ਕਿ ਹਿਊਈ ਬਹੁਤ ਹੀ ਅਟਰੈਕਟਿਵ ਲੜਕਾ ਸੀ ਤੇ ਲੌਰਾ ਵੀ ਘੱਟ ਨਹੀਂ ਸੀ। ਤਾਂ ਦੋਨਾਂ ਦੀ ਜੋੜੀ ਬੜੀ ਫੱਬਦੀ ਸੀ ਪੂਰੇ ਲੰਡਨ 'ਚ। ਐਂਡ ਹੈਡ ਨੋਟ ਅ ਪੈਨੀ ਪੀਸ ਬਿਟਵੀਨ ਦੈਮ, ਐਂਡ ਹੈਡ ਨੋਟ ਅ ਪੈਨੀ ਪੀਸ ਬਿਟਵੀਨ ਦੈਮ। ਪਰ ਦੋਨਾਂ ਦੇ ਕੋਲੇ ਫੁੱਟੀ ਕੋੜੀ ਵੀ ਨਹੀਂ ਸੀ। ਪੈਨੀ ਪੀਸ ਦਾ ਮਤਲਬ ਹੁੰਦਾ ਜੀ ਫੁੱਟੀ ਕੋੜੀ। ਦ ਕਰਨਲ ਵਾਜ਼ ਵੈਰੀ ਫੌਂਡ ਆਫ ਹਿਊਈ। ਹੁਣ ਦੇਖੋ ਇਹ ਧਿਆਨ ਨਾਲ, ਕਰਨਲ ਨੂੰ ਵੀ ਹਿਊਈ ਪਸੰਦ ਸੀ, ਬਟ ਵੁੱਡ ਨਾਟ ਹੀਅਰ ਆਫ ਐਨੀ ਅੰਗੇਜਮੈਂਟ। ਪਰ ਉਹ ਦੋਨਾਂ ਦੀ ਅੰਗੇਜਮੈਂਟ ਜਾਂ ਦੋਨਾਂ ਦਾ ਮੇਲ ਜੋਲ ਉਹ ਸੁਣ ਨਹੀਂ ਸੀ ਸਕਦਾ। ਕਾਰਨ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ। ਇੱਕ ਬਾਪ ਆਪਣੀ ਕੁੜੀ ਨੂੰ ਕਿਵੇਂ ਉਸ ਬੰਦੇ ਨਾਲ ਵਿਆਹ ਦੇਵੇ ਜਿਹਦਾ ਕੋਈ ਕਾਰੋਬਾਰ ਹੀ ਹੈ ਨਹੀਂ, ਜਿਹਦੇ ਕੋਲੇ ਪੈਸੇ ਹੀ ਹੈ ਨਹੀਂ। ਪਰ ਫਿਰ ਵੀ ਹਿਊਈ ਨੇ ਕੋਸ਼ਿਸ਼ ਕੀਤੀ ਤੇ ਕਰਨਲ ਕੋਲ ਗਿਆ ਤੇ ਲੌਰਾ ਦਾ ਹੱਥ ਮੰਗਿਆ ਉਸ ਤੋਂ। ਫਿਰ ਕਰਨਲ ਨੇ ਕੀ ਕਿਹਾ? ਕਮ ਟੂ ਮੀ ਮਾਈ ਬॉय, ਕਮ ਟੂ ਮੀ ਮਾਈ ਬॉय, ਮੇਰੇ ਬੱਚੇ ਮੇਰੇ ਕੋਲੇ ਆਈ। ਵੈਨ ਯੂ ਹੈਵ ਗੋਟ 10,000 ਪਾਊਂਡਸ ਆਫ ਯੂਰ ਓਨ, ਜਦੋਂ ਤੇਰੇ ਹੱਥ 'ਚ 10,000 ਪਾਊਂਡ ਹੋਣਗੇ। ਸ਼ਰਤ ਰੱਖਤੀ ਜੀ, 10,000 ਪਾਊਂਡਸ ਹੋਣਗੇ, ਫਿਰ ਤੂੰ ਮੇਰੇ ਕੋਲੇ ਆਈ ਲੌਰਾ ਦਾ ਹੱਥ ਮੰਗਣ। ਐਂਡ ਵੀ ਵਿਲ ਸੀ ਅਬਾਊਟ ਇਟ, ਫਿਰ ਆਪਾਂ ਦੇਖਾਂਗੇ। ਹੀ ਯੂਜ਼ਡ ਟੂ ਸੇ ਐਂਡ ਹਿਊਈ ਲੁਕਡ ਵੈਰੀ ਗਲਮ ਇਨ ਦੋਜ਼ ਡੇਜ਼। ਤਾਂ ਇਹ ਗੱਲ ਜਦੋਂ ਉਸਨੇ ਕਹੀ ਤਾਂ ਹਿਊਈ ਬਹੁਤ ਹੀ ਜ਼ਿਆਦਾ ਗਲਮ ਨਜ਼ਰ ਆਇਆ ਉਹਨਾਂ ਦਿਨਾਂ ਦੇ ਵਿੱਚ। ਤਾਂ ਗਲਮ ਦੇ ਉੱਪਰ 4 ਨੰਬਰ ਪਾਇਆ, ਆਪਾਂ ਦੇਖ ਲੈਂਦੇ ਹਾਂ ਜੀ। ਸੈਡ, ਤਾਂ ਸੈਡ ਦਾ ਮਤਲਬ ਹੈ ਬਹੁਤ ਜ਼ਿਆਦਾ ਦੁਖੀ ਹੋ ਗਿਆ ਜੀ ਇਹ ਗੱਲ ਸੁਣ ਕੇ ਵੀ ਮੇਰੇ ਕੋਲ ਤਾਂ ਇੱਕ ਪੈਸਾ ਨਹੀਂ, 10,000 ਪਾਊਂਡ ਕਿੱਥੋਂ ਲੈ ਕੇ ਆਊਂਗਾ। ਐਂਡ ਹੈਡ ਟੂ ਗੋ ਟੂ ਲਾਰਾ ਫॉर ਕੰਸੋਲੇਸ਼ਨ, ਅਤੇ ਫਿਰ ਵਿਚਾਰਾ ਮੂੰਹ ਜਾ ਲੈ ਕੇ ਲਾਰਾ ਕੋਲ ਹੀ ਵਾਪਸ ਚਲਾ ਜਾਂਦਾ ਹੈ ਢਾਂਢਸ ਵਧਾਉਣ ਦੇ ਲਈ। ਕੰਸੋਲੇਸ਼ਨ ਦਾ ਮਤਲਬ ਹੁੰਦਾ ਹੈ ਜਦੋਂ ਆਪਾਂ ਆਪਣੇ ਮਨ ਨੂੰ ਸਹਾਰਾ ਜਿਹਾ ਦੇਣਾ ਹੋਵੇ, ਉਹਨੂੰ ਕਹਿੰਦੇ ਆ। ਤਾਂ ਵਾਪਸ ਫਿਰ ਉਹ ਲਾਰਾ ਕੋਲ ਚਲਾ ਜਾਂਦਾ। ਵਨ ਮਾਰਨਿੰਗ ਐਜ਼ ਹੀ ਵਾਜ਼ ਔਨ ਹਿਜ਼ ਵੇ ਟੂ ਹਾਲੈਂਡ ਪਾਰਕ ਵੇਅਰ ਦ ਮਰਟਨਸ ਲਿਵਡ, ਹੀ ਡਰੌਪਡ ਇਨ ਟੂ ਸੀ ਅ ਗ੍ਰੇਟ ਫਰੈਂਡ ਆਫ ਹਿਜ਼ ਐਲਨ ਟ੍ਰੈਵੋਰ। ਇੱਕ ਸਵੇਰ ਉਹ ਹਾਲੈਂਡ ਪਾਰਕ ਜਾ ਰਿਹਾ ਹੁੰਦਾ ਜੀ। ਹਾਲੈਂਡ ਪਾਰਕ ਜਿੱਥੇ ਕਿ ਮਰਟਨਸ ਰਹਿੰਦੇ ਨੇ। ਯਾਦ ਕਰੋ ਲੌਰਾ ਦਾ ਪੂਰਾ ਨਾਮ ਕੀ ਹੈ? ਲੌਰਾ ਮਰਟਨ। ਇਹਦਾ ਮਤਲਬ ਇਹ ਲੌਰਾ ਤੇ ਉਸਦੇ ਫਾਦਰ ਇਸ ਜਗ੍ਹਾ ਰਹਿੰਦੇ ਨੇ, ਤਾਂ ਉਸ ਜਗ੍ਹਾ ਨੂੰ ਹਾਲੈਂਡ ਪਾਰਕ ਕਿਹਾ ਗਿਆ। ਤਾਂ ਹਾਲੈਂਡ ਪਾਰਕ ਵੱਲੋਂ ਜਾ ਰਿਹਾ ਹੋਣਾ। ਤਾਂ ਹੀ ਡਰੌਪਡ ਇਨ, ਤਾਂ ਡਰੌਪਡ ਇਨ ਇੱਕ ਫਰੇਜ਼ਲ ਵਰਬ ਹੈ ਬੱਚਿਓ, ਜਿਸ ਦਾ ਮਤਲਬ ਹੈ ਜਦੋਂ ਆਪਾਂ ਕਿਸੇ ਨੂੰ ਅਚਾਨਕ ਮਿਲਣ ਜਾਈਏ। ਡਰੌਪ ਬਾਏ ਜਾਂ ਡਰੌਪ ਇਨ ਦਾ ਮਤਲਬ ਸੇਮ ਹੀ ਹੁੰਦਾ। ਫਰੇਜ਼ਲ ਵਰਬ ਦੇ ਬਾਰੇ ਮੈਂ ਤੁਹਾਨੂੰ ਕਈ ਵਾਰੀ ਆਪਣੀਆਂ ਵੀਡੀਓਜ਼ ਦੇ ਵਿੱਚ ਦੱਸਿਆ ਕਿ ਅਜਿਹੀਆਂ ਵਰਬਸ ਹੁੰਦੀਆਂ ਨੇ। ਦੇਖੋ ਡਰੌਪ ਦਾ ਮਤਲਬ ਕੀ ਹੁੰਦਾ? ਡਰੌਪ ਦਾ ਮਤਲਬ ਹੁੰਦਾ ਹੈ ਕੋਈ ਚੀਜ਼ ਦਾ ਗਿਰਨਾ, ਹੈ ਨਾ। ਤੇ ਜੇਕਰ ਡਰੌਪ ਦੇ ਪਿੱਛੇ ਇਨ ਲੱਗ ਜੇ ਜਾਂ ਈਵਨ ਕਿ ਬਾਏ ਵੀ ਲੱਗ ਜੇ ਤਾਂ ਇਹਦਾ ਮਤਲਬ ਹੁੰਦਾ ਹੈ ਵੀ ਆਪਾਂ ਕਿਸੇ ਨੂੰ ਅਚਾਨਕ ਮਿਲਣ ਚਲੇ ਜਾਈਏ। ਤਾਂ ਦੇਖੋ ਟੋਟਲੀ ਡਰੌਪ ਦੇ ਪਿੱਛੇ ਪ੍ਰੈਪੋਜੀਸ਼ਨ ਨੇ ਆ ਕੇ ਉਸਦਾ ਮਤਲਬ ਚੇਂਜ ਕਰਤਾ, ਤਾਂ ਅਸੀਂ ਇਸ ਨੂੰ ਫਰੇਜ਼ਲ ਵਰਬਸ ਕਹਿੰਦੇ ਹਾਂ। ਤਾਂ ਮੈਂ ਕਈ ਵਾਰੀ ਆਪਣੀਆਂ ਵੀਡੀਓਜ਼ ਦੇ ਵਿੱਚ ਫਰੇਜ਼ਲ ਵਰਬਸ ਤੁਹਾਨੂੰ ਸਮਝਾਈਆਂ ਨੇ। ਤਾਂ ਉਸਦਾ ਇੱਕ ਬਹੁਤ ਹੀ ਵਧੀਆ ਦੋਸਤ ਹੈ ਜੀ, ਗ੍ਰੇਟ ਫਰੈਂਡ ਆਫ ਹਿਜ਼, ਉਹਦਾ ਨਾਮ ਹੈ ਐਲਨ ਟ੍ਰੈਵੋਰ। ਤਾਂ ਤੀਸਰਾ ਸਾਡਾ ਕਰੈਕਟਰ ਆ ਗਿਆ ਜੀ ਸਟੋਰੀ ਦਾ, ਐਲਨ ਟ੍ਰੈਵੋਰ। ਨਾਓ ਟ੍ਰੈਵੋਰ ਵਾਜ਼ ਅ ਪੇਂਟਰ। ਟ੍ਰੈਵੋਰ ਕੌਣ ਹੈ ਜੀ? ਪੇਂਟਰ ਹੈ। ਇੰਡੀਡ ਫਿਊ ਪੀਪਲ ਇਸਕੇਪ ਦੈਟ ਨਾਓ ਏ ਡੇਜ਼। ਤਾਂ ਹੁਣ ਦੇਖੋ ਰਾਈਟਰ ਕਹਿ ਰਹੇ ਹੈ ਕਿ ਅੱਜ ਕੱਲ੍ਹ ਬਹੁਤ ਘੱਟ ਲੋਕ ਇਸਕੇਪ ਕਰਦੇ ਹੈ
ਨਾਓ ਇਟ ਇਜ਼ ਦਾ ਮਤਲਬ ਅੱਜ ਕੱਲ੍ਹ ਨਾ, escape ਦਾ ਮਤਲਬ ਹੈ ਕਿ ਅੱਜ ਕੱਲ੍ਹ ਲੋਕੀ ਦੇਖੋ ਇੰਨੇ ਜ਼ਿਆਦਾ ਬਿਜ਼ੀ ਹੈ ਆਪਣੇ ਸ਼ਡਿਊਲਸ ਕਿ ਉਹਨਾਂ ਨੂੰ ਟਾਈਮ ਹੀ ਨਹੀਂ ਲੱਗਦਾ ਕਿ ਆਪਣੇ ਬਿਜ਼ੀ ਸ਼ਡਿਊਲ 'ਚੋਂ ਟਾਈਮ ਕੱਢ ਕੇ ਕੁਛ ਐਸਾ ਕਰਨ ਇਸ ਦੁਨੀਆ ਤੋਂ ਦੂਰ ਕਿਸੇ ਹੋਰ ਦੁਨੀਆ ਵੱਲੋਂ ਸੋਚਣ ਜਾ ਕੇ। ਤਾਂ ਜਿਹੜੇ ਆਰਟਿਸਟ ਲੋਕ ਹੈ ਉਹ ਤਾਂ ਅਜਿਹਾ ਕਰਦੇ ਹੈ। ਤਾਂ ਇੱਥੇ ਉਹ ਇਹ ਕਹਿਣਾ ਚਾਹੁੰਦਾ ਇੰਨੀ ਬਿਜ਼ੀ ਲਾਈਫ ਦੇ ਵਿੱਚੋਂ ਟਾਈਮ ਕੱਢਣ ਦਾ ਲੋਕਾਂ ਕੋਲ ਸਮਾਂ ਨਹੀਂ ਹੈ। ਬਟ ਹੀ ਵਾਜ਼ ਆਲਸੋ ਐਨ ਆਰਟਿਸਟ, ਪਰ ਉਹ ਇੱਕ ਕਲਾਕਾਰ ਵੀ ਹੈ। ਹੀ ਦਾ ਮਤਲਬ ਇੱਥੇ ਐਲਨ ਟਰੈਵੋਰ ਤੋਂ ਹੀ ਹੈ। ਐਂਡ ਆਰਟਿਸਟ ਆਰ ਰਾਦਰ ਰੇਅਰ, ਅਤੇ ਜਿਹੜੇ ਕਲਾਕਾਰ ਹੁੰਦੇ ਨੇ ਉਹ ਤਾਂ ਬੜੇ ਘੱਟ ਨੇ ਅੱਜ ਕੱਲ੍ਹ। ਪਰਸਨਲੀ ਹੀ ਵਾਜ਼ ਅ ਸਟਰੇਂਜ ਰਫ ਫੈਲੋ। ਹੁਣ ਇੱਥੇ ਐਲਨ ਟਰੈਵੋਰ ਦੀ ਫਿਜ਼ੀਕਲ ਪਰਸਨੈਲਿਟੀ ਬਾਰੇ ਦੱਸਿਆ ਗਿਆ ਕਿ ਉਹ ਥੋੜ੍ਹਾ ਜਿਹਾ ਅਜੀਬ ਜਿਹਾ ਅਤੇ ਰਫ ਫੈਲੋ ਹੈ, ਮਤਲਬ ਉਹਦਾ ਸਰੀਰ ਥੋੜ੍ਹਾ ਜਿਹਾ ਰਫ ਐਂਡ ਟਫ ਟਾਈਪ ਦਾ ਹੈ। ਵਿਦ ਅ ਫਰੈਕਲਡ ਫੇਸ ਐਂਡ ਰੈਡ ਰੈਗਡ ਬੀਅਰਡ। ਫਰੈਕਲਡ ਫੇਸ ਦਾ ਮਤਲਬ ਹੁੰਦਾ ਜਿਵੇਂ ਫੇਸ ਦੇ ਉੱਪਰ ਬਰਾਊਨ ਜਿਹੇ ਸਪੋਟਸ ਹੋ ਜਾਂਦੇ ਆ, ਭੂਰੇ ਜਿਹੇ ਰੰਗ ਦੇ ਧੱਬੇ ਜਿਹੇ ਪੈ ਜਾਂਦੇ ਆ, ਤਾਂ ਉਹਨੂੰ ਫਰੈਕਲਡ ਫੇਸ ਕਹਿੰਦੇ ਆ। ਐਂਡ ਰੈਗਡ ਬੀਅਰਡ ਦਾ ਮਤਲਬ ਹੈ ਕਿ ਦਾੜੀ ਹੈ ਜੀ ਉਸਦੇ, ਅਤੇ ਦਾੜੀ ਅਸਤ ਵਿਅਸਤ ਹੈ, ਮਤਲਬ ਕੋਈ ਉਹਨੇ ਤਰੀਕੇ ਨਾਲ ਦਾੜੀ ਨੂੰ ਸਾਂਭਿਆ ਜਾਂ ਨਹੀਂ ਹੋਇਆ, ਤਾਂ ਇਸ ਤਰ੍ਹਾਂ ਦਾ ਫੇਸ ਹੈ ਉਹਦਾ। However, when he took up the brush, he was a real master and his pictures were eagerly sought after. ਪਰ ਜਦੋਂ ਉਹ ਬਰਸ਼ ਚੱਕ ਲੈਂਦਾ ਸੀ, he took up, ਇੱਥੇ ਐਲਨ ਟਰੈਵੋਰ ਦੀ ਉਹ ਗੱਲ ਹੋ ਰਹੀ ਹੈ, ਜਦੋਂ ਬਰਸ਼ ਇੱਕ ਵਾਰੀ ਹੱਥ 'ਚ ਫੜ ਲੈਂਦਾ ਸੀ ਤਾਂ ਫਿਰ ਉਹ ਇੱਕ ਅਸਲੀ ਮਾਸਟਰ ਬਣ ਜਾਂਦਾ ਸੀ, ਮਤਲਬ ਅੱਛਾ ਪੇਂਟਰ ਸੀ। ਅਤੇ ਉਹ ਜਿਹੜੀਆਂ ਪਿਕਚਰਸ ਪੇਂਟ ਕਰਦਾ ਸੀ ਵਰ ਈਗਰਲੀ ਸੌਟ ਆਫਟਰ ਦਾ ਮਤਲਬ ਕਿ ਉਸ ਦੀ ਡਿਮਾਂਡ ਸੀਗੀ ਮਾਰਕੀਟ ਦੇ ਵਿੱਚ। ਇਹ ਨਹੀਂ ਸੀ ਕਿ ਜੇ ਅਗਰ ਕੋਈ ਪੇਂਟਿੰਗ ਬਣਾਉਂਦਾ ਸੀ ਤਾਂ ਉਹਨੂੰ ਕੋਈ ਪੁੱਛਦਾ ਨਹੀਂ ਸੀ, ਉਸ ਦੇ ਪਿੱਛੇ ਪਿੱਛੇ ਦੁਨੀਆ ਭੱਜਦੀ ਸੀ। ਹੀ ਹੈਡ ਬੀਨ ਵੈਰੀ ਮਚ ਅਟਰੈਕਟਿਡ ਬਾਈ ਹਿਊਈ ਐਟ ਫਸਟ। ਜਦੋਂ ਉਸਨੇ ਹਿਊਈ ਨੂੰ ਪਹਿਲੀ ਵਾਰ ਦੇਖਿਆ ਤਾਂ ਉਹ ਬਹੁਤ ਜ਼ਿਆਦਾ ਉਸ ਵੱਲ ਆਕਰਸ਼ਿਤ ਹੋਇਆ। ਇਹ ਤਾਂ ਆਪਾਂ ਕਹਿ ਚੁੱਕੇ ਹਾਂ ਨਾ ਕਿ ਹਿਊਈ ਦੀ ਪਰਸਨੈਲਿਟੀ ਐਸੀ ਸੀ ਕਿ ਹਰ ਇੱਕ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਸੀ। ਇਟ ਮਸਟ ਬੀ ਐਕਨੋਲੇਜਡ ਇੰਟਾਇਰਲੀ ਔਨ ਅਕਾਊਂਟ ਆਫ ਹਿਜ਼ ਪਰਸਨਲ ਚਾਰਮ। ਤਾਂ ਇਹ ਗੱਲ ਮੰਨਣ ਵਾਲੀ ਹੈ ਕਿ ਸਿਰਫ ਉਸ ਦੀ ਫਿਜ਼ੀਕਲ ਪਰਸਨੈਲਿਟੀ ਨੇ ਸ਼ੁਰੂ 'ਚ ਉਸ ਨੂੰ ਪ੍ਰਭਾਵਿਤ ਕੀਤਾ ਸੀ, ਐਲਨ ਟਰੈਵੋਰ ਨੂੰ। ਕਿਸ ਦੀ? ਹਿਊਈ ਦੀ। ਦ ਓਨਲੀ ਪੀਪਲ ਆ ਪੇਂਟਰ ਸ਼ੁੱਡ ਨੋ, ਹੀ ਯੂਜ਼ ਟੂ ਸੇ। ਆਮ ਤੌਰ 'ਤੇ ਉਹ ਕਹਿੰਦਾ ਸੀ ਕਿ ਇੱਕ ਪੇਂਟਰ ਨੂੰ ਸਿਰਫ ਉਹਨਾਂ ਲੋਕਾਂ ਨੂੰ ਹੀ ਜਾਣਨਾ ਚਾਹੀਦਾ। ਕਿਹੜੇ? ਆਰ ਪੀਪਲ ਹੂ ਆਰ ਬਿਊਟੀਫੁਲ, ਕਿ ਜਿਹੜੇ ਲੋਕ ਖੂਬਸੂਰਤ ਨੇ। ਪੀਪਲ ਹੂ ਆਰ ਐਨ ਆਰਟਿਸਟਿਕ ਪਲੈਜ਼ਰ ਟੂ ਲੁੱਕ ਐਟ, ਉਹਨਾਂ ਲੋਕਾਂ ਨੂੰ ਜਾਣਨਾ ਚਾਹੀਦਾ ਹੈ ਜਿਨ੍ਹਾਂ ਦੇ ਵਿੱਚ ਕੋਈ ਆਰਟਿਸਟਿਕ ਪਲੈਜ਼ਰ ਹੁੰਦੀ ਹੈ, ਕੋਈ ਆਰਟ ਵਾਲੀ ਗੱਲ ਹੁੰਦੀ ਹੈ, ਕੋਈ ਕਲਾ ਵਾਲੀ ਗੱਲ ਹੁੰਦੀ ਹੈ, ਉਹਨਾਂ ਨੂੰ ਦੇਖ ਕੇ ਕੋਈ ਕਲਾ ਜਾਗਦੀ ਹੈ, ਤਾਂ ਇੱਦਾਂ ਦੀ ਲੋਕਾਂ ਨੂੰ ਜਾਣਨਾ ਚਾਹੀਦਾ ਇੱਕ ਪੇਂਟਰ ਨੂੰ। ਐਂਡ ਐਨ ਇੰਟਲੈਕਚੁਅਲ ਰਿਪੋਜ਼ ਟੂ ਟਾਕ ਟੂ, ਜਾਂ ਫਿਰ ਉਹਨਾਂ ਲੋਕਾਂ ਨੂੰ ਜਾਣਨਾ ਚਾਹੀਦਾ ਜੋ ਕਿ ਬੜੇ ਇੰਟਲੈਕਚੁਅਲ ਹੈ, ਜਿਨ੍ਹਾਂ 'ਚ ਬਹੁਤ ਹੀ ਸਮਝਦਾਰੀ ਦੀਆਂ ਗੱਲਾਂ ਨੇ। ਮੈਨ ਹੂ ਆਰ ਡੈਂਡੀਜ਼ ਐਂਡ ਵੂਮੈਨ ਹੂ ਆਰ ਡਾਰਲਿੰਗਸ ਰੂਲ ਦਾ ਵਰਲਡ। ਦੇਖੋ ਜੀ, ਆਹ ਲਾਈਨ ਬਹੁਤ ਹੀ ਪਪੂਲਰ ਹੈ ਇਹ ਆਸਕਰ ਵਾਈਲਡ ਦੀ, ਤੁਹਾਨੂੰ ਕਈ ਜਗ੍ਹਾ ਕੋਟਸ ਦੇ ਵਿੱਚ ਇਹ ਲਿਖੀ ਮਿਲ ਜਾਏਗੀ। ਤਾਂ ਆਸਕਰ ਵਾਈਲਡ ਕੀ ਕਹਿੰਦਾ ਕਿ ਆਦਮੀ ਜਿਹੜੇ ਕਿ ਡੈਂਡੀਜ਼ ਨੇ ਨਾ, ਡੈਂਡੀਜ਼ ਦਾ ਮਤਲਬ ਫੈਸ਼ਨੇਬਲ, ਜਿਹੜੇ ਕਿ ਫੈਸ਼ਨ ਜਾ ਕਰਦੇ ਨੇ, ਵਧੀਆ ਜਿਹੇ ਕੱਪੜੇ ਪਾਉਂਦੇ ਨੇ, ਐਨ ਸੂਟ ਬੂਟ 'ਚ ਰਹਿੰਦੇ ਨੇ, ਤਾਂ ਉਹਨਾਂ ਨੂੰ ਆਪਾਂ ਡੈਂਡੀਜ਼ ਕਹਿੰਦੇ ਹਾਂ। ਤਾਂ ਅਜਿਹੇ ਆਦਮੀ ਅਤੇ ਔਰਤਾਂ ਉਹ ਜਿਹੜੀਆਂ ਡਾਰਲਿੰਗਸ ਨੇ ਸਾਰਿਆਂ ਦੀਆਂ, ਜਿਨ੍ਹਾਂ ਨੂੰ ਸਾਰੇ ਹੀ ਪਸੰਦ ਕਰਦੇ ਨੇ, ਤਾਂ ਅਜਿਹੇ ਆਦਮੀ ਤੇ ਔਰਤ ਇਸ ਦੁਨੀਆ ਤੇ ਰਾਜ ਕਰਦੇ। ਕਿਹੜੇ ਆਦਮੀ ਤੇ ਔਰਤ? ਆਦਮੀ ਉਹ ਜਿਹੜੇ ਫੈਸ਼ਨੇਬਲ ਨੇ, ਤੇ ਔਰਤਾਂ ਉਹ ਜਿਨ੍ਹਾਂ ਨੂੰ ਸਾਰੇ ਪਸੰਦ ਕਰਦੇ ਨੇ। ਐਟ ਲੀਸਟ ਦੇ ਸ਼ੁੱਡ ਡੂ ਸੋ। ਫਿਰ ਉਹ ਐਂਡ 'ਚ ਇਹ ਵੀ ਕਹਿ ਦਿੰਦਾ ਹੈ ਕਿ ਘੱਟੋ ਘੱਟ ਉਹਨਾਂ ਨੂੰ ਐਵੇਂ ਕਰਨਾ ਚਾਹੀਦਾ ਹੈ। ਮਤਲਬ ਇੱਥੇ ਉਹ ਇੱਕ ਬੁਝਾਰਤ ਜੀ ਪਾ ਗਿਆ ਕਿ ਰਾਜ ਕਰਦੇ ਨੇ, ਜੇ ਨਹੀਂ ਕਰਦੇ ਤਾਂ ਕਰਨਾ ਚਾਹੀਦਾ ਉਹਨਾਂ ਨੂੰ, ਇਹੋ ਜਿਹੇ ਲੋਕਾਂ ਨੂੰ। However, after he got to know Hui better, he liked him quite as much for his bright, buoyant spirit and his generous, reckless nature, and had given him the permanent entry to his studio. ਪਰ ਜਦੋਂ ਇੱਕ ਵਾਰੀ ਉਸਨੇ ਹੁਈ ਨੂੰ ਚੰਗੀ ਤਰ੍ਹਾਂ ਜਾਣ ਲਿਆ, ਹੁਈ ਬੈਟਰ, ਫਿਰ ਉਸ ਨੂੰ ਉਹ ਹੋਰ ਜ਼ਿਆਦਾ ਪਸੰਦ ਕਰਨ ਲੱਗ ਗਿਆ। ਕਿਉਂ? ਦੇਖੋ ਇੱਥੇ ਹੁਈ ਦੀਆਂ ਬਹੁਤ ਸਾਰੀਆਂ ਗੱਲਾਂ ਦੱਸੀਆਂ ਗਈਆਂ ਨੇ ਕਿ ਉਹ ਬਹੁਤ ਹੀ ਵਧੀਆ, ਬ੍ਰਾਈਟ, ਬੁਆਇੰਟ ਸਪਿਰਿਟ ਦਾ ਮਤਲਬ ਹੁੰਦਾ ਬੱਚਿਓ ਕਿ ਜਿਹੜਾ ਬੰਦਾ ਹਮੇਸ਼ਾ ਖੁਸ਼ ਰਹਿੰਦਾ ਹੈ, ਹੈਪੀ ਮੂਡ 'ਚ ਰਹਿੰਦਾ, ਉਹਨੂੰ ਆਪਾਂ ਕਹਿੰਦੇ ਹਾਂ। ਤਾਂ ਹੁਈ ਹਮੇਸ਼ਾ ਖੁਸ਼ ਰਹਿੰਦਾ ਸੀਗਾ। ਅਤੇ ਉਸ ਦੀ ਜੈਨਰਸ ਨੇਚਰ ਸੀ, ਦਇਆ ਵਾਲਾ ਸੀਗਾ, ਰੈਕਲੈਸ ਨੇਚਰ ਸੀ, ਲਾਪਰਵਾਹ ਸੀਗਾ। ਦੇਖੋ ਉਹਦੇ ਕੋਲੇ ਪੈਸਾ ਹੈ ਨਹੀਂ, ਫਿਰ ਵੀ ਪਰਵਾਹ ਨਹੀਂ ਸੀ ਕਰਦਾ, ਜ਼ਿੰਦਗੀ ਵਧੀਆ ਜਿੰਦਾ ਸੀਗਾ। ਐਂਡ ਹੈਡ ਗਿਵਨ ਹਿਮ ਦੀ ਪਰਮਾਨੈਂਟ ਐਂਟਰੀ ਟੂ ਹਿਸ ਸਟੂਡੀਓ। ਅਤੇ ਇਹ ਸਾਰੀਆਂ ਖਾਸੀਅਤਾਂ ਕਰਕੇ ਐਲਨ ਟਰੈਵੋਰ ਨੇ ਆਪਣੇ ਫਰੈਂਡ ਹੁਈ ਨੂੰ ਆਪਣੇ ਸਟੂਡੀਓ ਦੇ ਵਿੱਚ ਪਰਮਾਨੈਂਟ ਐਂਟਰੀ ਦੇ ਰੱਖੀ ਸੀ, ਜਦੋਂ ਮਰਜ਼ੀ ਆ ਜਾ ਸਕਦਾ ਸੀ। When Huey came in, he found Trevor putting his finishing touches to a wonderful life-size picture of a beggar man. ਜਦੋਂ Huey ਉਸਦੇ ਸਟੂਡੀਓ ਦੇ ਅੰਦਰ ਜਾਂਦਾ ਹੈ ਤਾਂ ਉਹ ਦੇਖਦਾ ਕਿ ਟਰੈਵਰ ਫਿਨਿਸ਼ਿੰਗ ਟੱਚਿਸ ਦੇ ਰਿਹਾ ਹੁੰਦਾ। ਜਦੋਂ ਆਪਾਂ ਕੰਮ ਬਿਲਕੁਲ ਖਤਮ ਕਰ ਲੈਂਦੇ ਹਾਂ, ਫਾਈਨਲ ਟੱਚ ਦੇ ਰਹੇ ਹੁੰਦੇ ਕਿਸੇ ਕੰਮ ਨੂੰ, ਤਾਂ ਉਹ ਕੰਮ ਕਰ ਰਿਹਾ ਕਿਸ ਨੂੰ? ਵੰਡਰਫੁਲ ਲਾਈਫ ਸਾਈਜ਼ ਪਿਕਚਰ, ਇੱਕ ਬੈਗਰ ਮੈਨ ਦੀ ਉਸਨੇ ਪਿਕਚਰ ਬਣਾਈ ਹੈ, ਭਿਖਾਰੀ ਦੀ ਪਿਕਚਰ ਬਣਾਈ ਹੈ। ਤਾਂ ਉਹ ਬਿਲਕੁਲ ਐਂ ਲੱਗਦਾ ਜਿਵੇਂ ਲਾਈਫ ਸਾਈਜ਼ ਪਿਕਚਰ, ਜਿਵੇਂ ਬਿਲਕੁਲ ਉਸਦੀ ਅਦਭੁਤ ਜ਼ਿੰਦਗੀ 'ਤੇ ਆਧਾਰਿਤ ਉਸਨੇ ਇੱਕ ਪਿਕਚਰ ਪੇਂਟ ਕੀਤੀ ਹੈ, ਉਸਨੂੰ ਉਹ ਫਾਈਨਲ ਟੱਚ ਦੇ ਰਿਹਾ ਹੁੰਦਾ ਹੈ। ਦ ਬੈਗਰ ਹਿਮਸੈਲਫ ਵਾਸ ਸਟੈਂਡਿੰਗ ਔਨ ਅ ਰੇਜ਼ਡ ਪਲੇਟਫਾਰਮ ਇਨ ਅ ਕਾਰਨਰ ਆਫ ਹਿਸ ਸਟੂਡੀਓ। ਜਿਸ ਬੈਗਰ ਦੀ ਉਸਨੇ ਪਿਕਚਰ ਬਣਾਈ ਹੁੰਦੀ ਹੈ, ਉਹ ਬੈਗਰ ਖੁਦ ਇੱਕ ਰੇਜ਼ਡ ਪਲੇਟਫਾਰਮ, ਮਤਲਬ ਇੱਕ ਥੜੇ ਜਿਹੇ 'ਤੇ ਖੜਾ ਹੁੰਦਾ ਹੈ ਉਸਦੇ ਸਟੂਡੀਓ ਦੇ ਕਾਰਨਰ 'ਚ। ਹੀ ਵਾਜ਼ ਅ ਵਿਜ਼ਨਡ ਓਲਡ ਮੈਨ ਵਿਦ ਅ ਫੇਸ ਲਾਈਕ ਰਿੰਕਲਡ
parchment and a most piteous expression. A wizened old man ਦਾ ਮਤਲਬ ਕਿ ਕਾਫੀ ਬਜ਼ੁਰਗ ਇਨਸਾਨ ਹੈ ਜੋ ਚਿਹਰੇ ਤੋਂ ਹੀ ਝਲਕਦਾ ਹੋਵੇ ਉਸ ਨੂੰ ਕਿਹਾ ਗਿਆ। ਚਿਹਰੇ ਤੇ ਜਗ੍ਹਾ ਜਗ੍ਹਾ ਝੁਰੜੀਆਂ ਪਈਆਂ ਹੋਈਆਂ ਨੇ ਅਤੇ ਉਸ ਦੀ ਹਾਲਤ ਬਹੁਤ ਹੀ ਦਇਨੀ ਹੈ, ਮਤਲਬ ਬਹੁਤ ਜ਼ਿਆਦਾ ਪਿਟੀ ਕਰਨ ਵਾਲੀ ਹੈ, ਜਿਸ ਨੂੰ ਦੇਖ ਕੇ ਦਇਆ ਆਉਂਦੀ ਹੈ। ਤਾਂ ਇਸ ਤਰ੍ਹਾਂ ਦਾ ਉਸ ਦੇ ਚਿਹਰੇ ਤੇ ਐਕਸਪ੍ਰੈਸ਼ਨ ਹੈ। ਓਵਰ ਹਿਜ਼ ਸ਼ੋਲਡਰ ਵਾਸ ਫਲੰਗ ਅ ਕੁਆਰਸ ਬਰਾਊਨ ਕਲੋਕ, ਤਾਂ ਉਸ ਦੇ ਮੋਢੇ ਤੋਂ ਇੱਕ ਬਹੁਤ ਹੀ ਭੱਦਾ ਜਿਹਾ ਬਰਾਊਨ ਕਲਰ ਦਾ ਇੱਕ ਚੋਲਾ ਜਿਹਾ ਲਟਕ ਰਿਹਾ ਹੁੰਦਾ ਹੈ। ਆਲ ਟੀਅਰਸ ਐਂਡ ਟੈਟਰਸ, ਅਤੇ ਉਹ ਟੀਅਰਸ ਐਂਡ ਟੈਟਰਸ ਬੱਚਿਓ ਫਰੇਜ਼ ਹੈ, ਇਹਦਾ ਮਤਲਬ ਹੁੰਦਾ ਹੈ ਕਿ ਫਟਿਆ ਪੁਰਾਣਾ, ਪੂਰਾ ਉਸਦਾ ਤਾਰ ਤਾਰ ਹੋਇਆ ਹੋਇਆ ਜਿਹੜਾ ਉਸਨੇ ਚੋਲਾ ਜਿਹਾ ਪਾ ਰੱਖਿਆ। ਹਿਜ਼ ਥਿਕ ਬੂਟਸ ਵਰ ਪੈਚਡ ਐਂਡ ਕੋਬਲਡ, ਉਸਨੇ ਜਿਹੜੇ ਬੂਟ ਪਾਏ ਹੋਏ ਨੇ ਉਹ ਵੀ ਪੈਚਡ ਨੇ ਅਤੇ ਕੋਬਲ ਨੇ, ਮਤਲਬ ਫਟੇ ਪੁਰਾਣੇ ਨੇ ਅਤੇ ਜਗ੍ਹਾ ਜਗ੍ਹਾ ਉਸਦੇ ਟਾਕੀਆਂ ਲੱਗੀਆਂ ਹੋਈਆਂ ਨੇ। ਐਂਡ ਵਿਦ ਵਨ ਹੈਂਡ ਹੀ ਲੈਂਟ ਔਨ ਅ ਰਫ ਸਟਿਕ, ਇੱਕ ਹੱਥ 'ਚ ਉਸਨੇ ਇੱਕ ਰਫ ਸਟਿਕ, ਇੱਕ ਬੇਕਾਰ ਜੀ ਸਟਿਕ ਪਕੜੀ ਹੋਈ ਹੈ, ਸੋਟੀ ਪਕੜੀ ਹੋਈ ਹੈ। ਵਾਈਲ ਵਿਦ ਦੀ ਅਦਰ ਹੀ ਹੈਲਡ ਆਊਟ ਹਿਜ਼ ਬੈਟਰਡ ਹੈਟ ਫॉर ਆਰਮਸ, ਅਤੇ ਦੂਜੇ ਹੱਥ 'ਚ ਉਸਨੇ ਆਪਣੀ ਇੱਕ ਟੋਪੀ ਪਕੜੀ ਹੋਈ ਹੈ। ਉਹ ਟੋਪੀ ਵੀ ਬੈਟਰਡ ਹੈ, ਬੈਟਰਡ ਦਾ ਮਤਲਬ ਫਟੀ ਪੁਰਾਣੀ ਹੈ, ਫਟੇ ਹਾਲ ਹੈ, ਅਤੇ ਉਹ ਕੀ ਮੰਗ ਰਿਹਾ ਹੈ? ਆਰਮਸ। ਆਰਮਸ ਦਾ ਮਤਲਬ ਇੱਥੇ ਕੀ ਹੈ? ਭੀਖ। ਤਾਂ ਉਸ ਭਿਖਾਰੀ ਦੀ ਹਾਲਤ ਵਾਕਈ ਬੜੀ ਦਇਨੀ ਹੈ। ਤਾਂ ਸਾਨੂੰ ਇਸ ਪੈਰੇ ਤੋਂ ਉਸ ਭਿਖਾਰੀ ਦੀ ਹਾਲਤ ਦਾ ਪਤਾ ਚੱਲਦਾ ਹੈ ਜਿਸ ਦੀ ਪੇਂਟਿੰਗ ਟ੍ਰੈਵੋਰ ਬਣਾ ਰਿਹਾ ਹੈ। What an amazing model, whispered Huey as he shook hand with his friend. Huey ਜਦੋਂ ਆਪਣੇ ਹੈਂਡਸ ਟ੍ਰੈਵੋਰ ਨਾਲ ਮਿਲਾ ਰਿਹਾ ਹੁੰਦਾ, ਹੱਥ ਮਿਲਾ ਰਿਹਾ ਹੁੰਦਾ, ਤਾਂ ਫਿਰ ਉਹ ਕਹਿੰਦਾ, ਵਿਸਪਰਡ ਮਤਲਬ ਹੌਲੀ ਜਿਹੇ ਨੇ ਕਹਿੰਦਾ, what an amazing model, ਕਿ ਕਿੰਨਾ ਸ਼ਾਨਦਾਰ ਮਾਡਲ ਹੈ। An amazing model, shouted Trevor at the top of his voice. ਤਾਂ ਹੁਣ ਟ੍ਰੈਵਰ ਬਦਲੇ 'ਚ ਕੀ ਕਹਿੰਦਾ? ਚੀਖ ਕੇ, ਪੂਰਾ ਜ਼ੋਰ ਲਗਾ ਕੇ ਆਪਣੀ ਆਵਾਜ਼ ਦਾ ਕਹਿੰਦਾ, ਐਨ ਅਮੇਜ਼ਿੰਗ ਮਾਡਲ, ਤੂੰ ਇਹਨੂੰ ਸ਼ਾਨਦਾਰ ਮਾਡਲ ਕਹਿ ਰਹੀ ਹੈ। ਆਈ ਸ਼ੁੱਡ ਥਿੰਕ ਸੱਚ ਬੈਗਰਸ ਐਜ਼ ਹੀ ਆਰ ਨੋਟ ਟੂ ਬੀ ਮੈਟ ਵਿਦ ਐਵਰੀ ਡੇ, ਮੈਨੂੰ ਤਾਂ ਐਂ ਲੱਗਦਾ ਕਿ ਇਹੋ ਜਿਹਾ ਬੈਗਰ, ਭਿਖਾਰੀ ਜਿਹੜਾ ਕਿ ਮੇਰੇ ਸਟੂਡੀਓ 'ਚ ਖੜਾ ਹੈ, ਰੋਜ਼ ਰੋਜ਼ ਨਹੀਂ ਮਿਲਦੇ। ਆ ਡਿਸਕਵਰੀ ਮਾਈ ਫਰੈਂਡ, ਕਹਿੰਦੇ ਇਹ ਤਾਂ ਖੋਜ ਹੈ ਮੇਰੇ ਦੋਸਤ। A living Velasquez, my stars, what an etching Rembrandt would have made of him. ਤਾਂ ਹੁਣ ਉਹ ਆਪਣੀ ਥੋੜ੍ਹੀ ਜਿਹੀ ਸ਼ੇਖੀ ਮਾਰ ਰਿਹਾ ਹੈ ਟ੍ਰੈਵੋਰ। ਉਹ ਕਹਿੰਦਾ ਇਹ ਤਾਂ ਡਿਸਕਵਰੀ ਹੈ, ਖੋਜ ਹੈ। ਲਿਵਿੰਗ ਵਿਲਾਸਕਸ, ਵਿਲਾਸਕਸ ਇੱਕ ਪੇਂਟਰ ਦਾ ਨਾਮ ਹੈ ਬੱਚਿਓ, ਜਿਸਨੇ ਕਿ ਇੱਦਾਂ ਦੀਆਂ ਪੇਂਟਿੰਗਸ ਬਣਾਈਆਂ ਨੇ, ਤਾਂ ਉਸ ਨੂੰ ਰੈਫਰ ਕਰ ਰਿਹਾ ਹੈ। ਕਹਿੰਦਾ ਇਹ ਤਾਂ ਮੇਰੇ ਇੱਕ ਸਿਤਾਰੇ ਸੀ। ਵਟ ਐਨ ਐਚਿੰਗ, ਕਿੰਨੀ ਵਧੀਆ ਨਕਾਸ਼ੀ ਹੈ। ਕਹਿੰਦਾ ਐਚਿੰਗ ਦਾ ਮਤਲਬ ਨਕਾਸ਼ੀ। ਰੈਮਬਰੈਂਡ ਦੇ ਉੱਪਰ 5 ਨੰਬਰ ਪਾਇਆ, ਇਹਦਾ ਮਤਲਬ ਆਪਾਂ ਦੇਖ ਲੈਂਦੇ ਹਾਂ, ਇਟਸ ਆ ਨੇਮ ਆਫ ਅ ਗ੍ਰੇਟ ਪੇਂਟਰ। ਤਾਂ ਰੈਮਬਰੈਂਡ ਇੱਕ ਬਹੁਤ ਹੀ ਮਹਾਨ ਪੇਂਟਰ ਹੋਇਆ, ਤਾਂ ਉਸ ਦੇ ਬਾਰੇ ਉਹ ਕਹਿ ਰਿਹਾ। ਕਹਿੰਦਾ ਰੈਮਬਰੈਂਡ ਵੁੱਡ ਹੈਵ ਮੇਡ ਆਫ ਹਿਮ, ਕਹਿੰਦੇ ਜੇ ਇਹ ਰੈਮਬਰੈਂਡ ਨੂੰ ਮਿਲ ਜਾਂਦਾ ਇਹ ਵਾਲਾ ਬੈਗਰ, ਤਾਂ ਉਹ ਵੀ ਉਹਦੀ ਪੇਂਟਿੰਗ ਬਣਾਉਂਦਾ। ਪੂਅਰ ਓਲਡ ਚੈਪ, ਤਾਂ ਚੈਪ ਦਾ ਮਤਲਬ ਹੁੰਦਾ ਹੈ ਜੀ ਫੈਲੋ, ਜਿਸ ਨੂੰ ਕਿ ਅਸੀਂ ਫਰੈਂਡ ਵੀ ਕਹਿ ਸਕਦੇ ਹਾਂ। ਸੈਡ ਹਿਊਈ, ਹਿਊਈ ਕਹਿੰਦਾ ਹੈ ਵਿਚਾਰਾ ਬੁੱਢਾ ਦੋਸਤ। ਹਾਊ ਮਿਜ਼ਰੇਬਲ ਹੀ ਲੁਕਸ, ਕਿੰਨਾ ਦੁਖੀ ਉਹ ਦਿਖਾਈ ਦਿੰਦਾ ਹੈ। ਮਿਜ਼ਰੇਬਲ ਦਾ ਮਤਲਬ ਹੁੰਦਾ ਹੈ ਦੁਖੀ। ਬਟ ਆਈ ਸਪੋਜ਼, ਪਰ ਮੈਨੂੰ ਲੱਗਦਾ ਹੈ, ਟੂ ਯੂ ਪੇਂਟਰਸ, ਕਿ ਤੁਹਾਨੂੰ ਪੇਂਟਰਾਂ ਨੂੰ, ਚਿੱਤਰਕਾਰਾਂ ਨੂੰ, ਹਿਜ਼ ਫੇਸ ਇਜ਼ ਹਿਜ਼ ਫੋਰਚੂਨ, ਉਸਦਾ ਜਿਹੜਾ ਚਿਹਰਾ ਹੀ ਤੁਹਾਡੇ ਲਈ ਫੋਰਚੂਨ ਹੈ। ਤਾਂ ਫੋਰਚੂਨ ਦਾ ਮਤਲਬ ਇੱਥੇ ਪੈਸੇ ਨੂੰ ਕਿਹਾ ਜਾਂਦਾ ਜੀ, ਕਿ ਉਹਨਾਂ ਦੇ ਇਸ ਤਰ੍ਹਾਂ ਦੇ ਚਿਹਰੇ ਤੁਹਾਨੂੰ ਪੈਸਾ ਬਣਾ ਕੇ ਦਿੰਦੇ ਨੇ। ਸਰਟੇਨਲੀ, ਬਿਨਾਂ ਸ਼ੱਕ, ਰਿਪਲਾਈ ਟ੍ਰੈਵੋਰ, ਟ੍ਰੈਵੋਰ ਆਨਸਰ ਦਿੰਦਾ ਹੈ। ਯੂ ਡੋਂਟ ਵਾਂਟ ਅ ਬੈਗਰ ਟੂ ਲੁੱਕ ਹੈਪੀ ਡੂ ਯੂ, ਤੁਸੀਂ ਕਿਸੇ ਵੀ ਭਿਖਾਰੀ ਨੂੰ ਖੁਸ਼ ਨਹੀਂ ਦੇਖਣਾ ਚਾਹੋਗੇ। ਉਹ ਬੈਗਰ ਦੀ ਪੇਂਟਿੰਗ ਬਾਰੇ ਗੱਲ ਕਰ ਰਿਹਾ ਵੀ ਜੇਕਰ ਬੈਗਰ ਦੀ ਪੇਂਟਿੰਗ ਬਣਾਉਣੀ ਹੈ ਤਾਂ ਉੱਥੇ ਤੁਸੀਂ ਬੈਗਰ ਨੂੰ ਖੁਸ਼ ਨਹੀਂ ਦਿਖਾ ਸਕਦੇ। ਫਿਰ ਉਹ ਉਸ ਨੂੰ ਕੁਐਸਚਨ ਕਰਦਾ ਹੈ, ਡੂ ਯੂ, ਕੀ ਤੁਸੀਂ ਦਿਖਾਓਗੇ। ਤਾਂ ਇਹ ਬੱਚਿਓ ਇੱਕ ਟੈਗ ਕੁਐਸਚਨ ਹੈ। ਦੇਖੋ ਨੈਗੇਟਿਵ ਸੈਂਟੈਂਸ ਤੋਂ ਬਾਅਦ ਪੋਜ਼ੀਟਿਵ ਟੈਗ ਆਉਂਦਾ ਹੈ, ਤਾਂ ਮੈਂ ਆਪਣੇ ਗ੍ਰਾਮਰ ਦੇ ਵੀਡੀਓਜ਼ ਦੇ ਵਿੱਚ ਇਹ ਬਹੁਤ ਹੀ ਚੰਗੀ ਤਰ੍ਹਾਂ ਐਕਸਪਲੇਨ ਕੀਤੇ ਹੋਏ ਹੈ। ਹਾਊ ਮਚ ਡਜ਼ ਅ ਮਾਡਲ ਗੈਟ ਫॉर ਸਿਟਿੰਗ, ਆਸਕਡ ਹਿਊਈ। ਹਿਊਈ ਕਹਿੰਦਾ ਹੈ ਕਿ ਮਾਡਲ ਨੂੰ ਇਸ ਤਰ੍ਹਾਂ ਬੈਠਣ ਦੇ ਕਿੰਨੇ ਪੈਸੇ ਮਿਲਦੇ ਨੇ, ਵੀ ਤੇਰਾ ਸਬਜੈਕਟ ਬਣਨ ਦੇ, ਤੇਰੀ ਪੇਂਟਿੰਗ ਦਾ ਸਬਜੈਕਟ ਬਣਨ ਦੇ ਕਿੰਨੇ ਪੈਸੇ ਮਿਲਦੇ ਨੇ। ਐਜ਼ ਹੀ ਫਾਊਂਡ ਹਿਮਸੈਲਫ ਅ ਕੰਫਰਟੇਬਲ ਸੀਟ ਔਨ ਅ ਦੀਵਾਨ, ਇੱਕ ਦੀਵਾਨ ਦੇ ਉੱਪਰ ਉਸ ਨੂੰ ਇੱਕ ਆਰਾਮਦਾਇਕ ਸੀਟ ਮਿਲ ਜਾਂਦੀ ਹੈ, ਤੇ ਉਸ ਤੇ ਬੈਠਦੇ ਹੋਏ ਪੁੱਛਦਾ ਹੈ, ਅ ਸ਼ਿਲਿੰਗ ਐਨ ਆਰ, 1 ਘੰਟੇ ਦੀ 1 ਸ਼ਿਲਿੰਗ। ਤਾਂ ਸ਼ਿਲਿੰਗ ਬੱਚਿਓ ਇਹ ਯੂਕੇ ਦੀ ਛੋਟੀ ਕਰੰਸੀ ਹੈ, ਪਾਊਂਡ ਤੋਂ ਛੋਟੀ ਹੁੰਦੀ ਹੈ ਇਹ। ਐਂਡ ਹਾਊ ਮਚ ਡੂ ਯੂ ਗੈਟ ਫॉर ਯੂਅਰ ਪਿਕਚਰ ਐਲਨ, ਫਿਰ ਉਹ ਦੂਸਰਾ ਕੁਐਸਚਨ ਪੁੱਛਦਾ ਹੀ ਹੋਈ ਕਿ ਐਲਨ ਤੁਹਾਨੂੰ ਆਪਣੀ ਪਿਕਚਰ ਦੇ ਪੈਸੇ ਕਿੰਨੇ ਮਿਲਦੇ ਨੇ। ਓ ਫॉर ਦਿਸ ਆਈ ਗੈਟ 2000, ਕਹਿੰਦੇ ਇਸ ਪਿਕਚਰ ਦੇ ਮੈਨੂੰ 2000 ਮਿਲ ਜਾਣਗੇ ਪਾਊਂਡਸ। ਤਾਂ ਹੁਣ ਫਿਰ ਹਿਊਈ ਪੁੱਛਦਾ ਹੈ ਕਿ 2000 ਪਾਊਂਡ ਦੀ ਗੱਲ ਕਰ ਰਹੇ ਹੈ। ਗਿਨੀਜ਼, ਪੇਂਟਰਸ, ਪੋਇਟਸ ਐਂਡ ਫਿਜ਼ੀਸ਼ੀਅਨਸ ਆਲਵੇਜ਼ ਗੈਟ ਗਿਨੀਜ਼। ਤਾਂ ਹੁਣ ਟ੍ਰੈਵਰ ਉਹਦਾ ਆਨਸਰ ਦਿੰਦਾ ਹੈ ਕਿ ਗਿਨੀਜ਼ ਮਤਲਬ ਕਿ ਪਾਊਂਡਸ ਨਹੀਂ ਮਿਲਦੇ, ਗਿਨੀਜ਼ ਮਿਲਦੀਆਂ ਨੇ। ਜਿਹੜੇ ਚਿੱਤਰਕਾਰ ਨੇ, ਕਵੀ ਨੇ ਜਾਂ ਡਾਕਟਰ ਨੇ, ਉਹਨਾਂ ਨੂੰ ਹਮੇਸ਼ਾ ਗਿਨੀਜ਼ ਮਿਲਦੀਆਂ ਨੇ, ਪਾਊਂਡ ਨਹੀਂ ਮਿਲਦੇ। ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਬੱਚਿਓ ਕਿ ਪਾਊਂਡ ਤੋਂ ਥੋੜ੍ਹੀ ਜਿਹੀ ਵੱਡੀ ਕਰੰਸੀ ਹੈ ਗਿਨੀ। ਜਿਵੇਂ ਕਿ ਸ਼ਿਲਿੰਗ ਪਾਊਂਡ ਤੋਂ ਛੋਟੀ ਕਰੰਸੀ ਹੈ, ਤਾਂ ਪਾਊਂਡ ਤੋਂ ਥੋੜ੍ਹੀ ਜਿਹੀ ਵੱਡੀ ਕਰੰਸੀ ਹੈ ਗਿਨੀ।
ਵੈਲ ਠੀਕ ਹੈ, ਆਈ ਥਿੰਕ ਦਾ ਮੋਡਲ ਸ਼ੁੱਡ ਹੈਵ ਅ ਪਰਸੈਂਟੇਜ। ਕਹਿੰਦੇ ਮੋਡਲਸ ਨੂੰ ਵੀ ਇਸ ਦੀ ਕੁਝ ਪਰਸੈਂਟੇਜ ਮਿਲਣੀ ਚਾਹੀਦੀ ਹੈ। ਕ੍ਰਾਈਡ ਹਿਊਈ, ਲਾਫਿੰਗ, ਹੱਸਦੇ ਹੋਏ, ਦੇ ਵਰਕ ਕੁਆਇਟ ਐਜ਼ ਹਾਰਡ ਐਜ਼ ਯੂ ਡੂ। ਉਹ ਵੀ ਓਨੀ ਸਖਤ ਮਿਹਨਤ ਕਰਦੇ ਨੇ ਜਿੰਨੀ ਤੁਸੀਂ ਕਰਦੇ ਹੋ। ਤਾਂ ਦੇਖੋ ਇਸ ਲਾਈਨ ਤੋਂ ਹਿਊਈ ਦੀ ਜਿਹੜੀ ਨੇਚਰ ਹੈ ਉਸ ਦੇ ਬਾਰੇ ਪਤਾ ਚੱਲਦਾ ਹੈ ਕਿ ਉਸ ਦੇ ਅੰਦਰ ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਪ੍ਰਤੀ ਕਿੰਨੀ ਹਮਦਰਦੀ ਹੈ। ਉਸ ਨੂੰ ਲੱਗਦਾ ਹੈ ਕਿ ਬੈਗਰ ਪਤਾ ਨਹੀਂ ਕਿੰਨੀ ਦੇਰ ਤੋਂ ਖੜਿਆ ਹੋਊਗਾ ਉਸ ਦੀ ਪੇਂਟਿੰਗ ਦੇ ਲਈ, ਤਾਂ ਉਹ ਇਸ ਕਰਕੇ ਕਹਿ ਰਿਹਾ ਕਿ ਤੁਹਾਨੂੰ ਪੈਸੇ ਜ਼ਿਆਦਾ ਮਿਲ ਰਹੇ ਨੇ ਤੇ ਜਿਹੜੇ ਵਿਚਾਰੇ ਬੈਗਰਸ ਨੇ ਜਿਨ੍ਹਾਂ ਦੀ ਤੁਸੀਂ ਪੇਂਟਿੰਗ ਬਣਾ ਕੇ ਵੇਚ ਕੇ ਪੈਸੇ ਕਮਾ ਰਹੇ ਹੋ ਉਹਨਾਂ ਨੂੰ ਤਾਂ ਕੁਝ ਮਿਲ ਹੀ ਨਹੀਂ ਰਿਹਾ। ਤਾਂ ਉਹ ਚਾਹੁੰਦਾ ਹੈ ਕਿ ਬੈਗਰਸ ਨੂੰ ਵੀ ਪੇਂਟਰਸ ਦੀ ਕਮਾਈ ਦਾ ਕੁਝ ਪਰਸੈਂਟੇਜ ਮਿਲੇ। ਨੌਨਸੈਂਸ ਨੌਨਸੈਂਸ, ਬਕਵਾਸ ਬਕਵਾਸ। ਵਾਈ, ਕਿਉਂ? ਲੁੱਕ ਐਟ ਦੀ ਟਰਬਲ ਆਫ ਲੇਇੰਗ ਔਨ ਦਾ ਪੇਂਟ ਅਲੋਨ ਐਂਡ ਸਟੈਂਡਿੰਗ ਆਲ ਡੇ ਲੌਂਗ ਐਟ ਵਨਜ਼ੀਜ਼। ਕਹਿੰਦੇ ਇਹ ਤਾਂ ਦੇਖ ਕਿ ਪੇਂਟ ਦੇ ਕੋਲੇ ਕਿੰਨੀ ਦੇਰ ਮੁਸ਼ਕਿਲ ਨਾਲ ਖੜਨਾ ਪੈਂਦਾ ਹੈ, ਸਾਰਾ ਦਿਨ ਖੜਨਾ ਪੈਂਦਾ ਹੈ। ਇੱਥੇ ਬੱਚਿਓ ਲੇਇੰਗ ਔਨ ਇੱਕ ਫਰੇਜ਼ਲ ਵਰਬ ਆਈ ਹੈ। ਲੇ ਔਨ ਦਾ ਮਤਲਬ ਹੁੰਦਾ ਜਦੋਂ ਕੋਈ ਕੰਮ ਤੁਸੀਂ ਬਹੁਤ ਹੀ ਔਖਾ ਹੋ ਕੇ ਕਰਦੇ ਹੋ ਉਹਨੂੰ ਕਹਿੰਦੇ ਆ। ਤਾਂ ਇੱਥੇ ਹੁਣ ਟਰੈਵਰ ਇਹ ਕਹਿ ਰਿਹਾ ਹੈ ਭਾਈ ਇਹ ਵੀ ਕੰਮ ਬਹੁਤ ਔਖਾ ਹੈ, ਸਾਰਾ ਦਿਨ ਪੇਂਟਿੰਗ ਕਰਨੀ ਵੀ ਬਹੁਤ ਔਖੀ ਹੈ। ਇਟਸ ਆਲ ਵੈਰੀ ਵੈਲ ਹਿਊਈ। ਕਹਿੰਦੇ ਹਿਊਈ ਠੀਕ ਹੈ, ਤੈਨੂੰ ਇਹ ਸਾਰਾ ਕੁਝ ਠੀਕ ਲੱਗਦਾ ਹੋਊਗਾ, ਫॉर ਯੂ ਟੂ ਟਾਕ, ਤੇਰੀਆਂ ਗੱਲਾਂ ਤੂੰ ਕਰ ਸਕਦਾ ਇਹ ਗੱਲਾਂ, ਬਟ ਆਈ ਅਸ਼ੋਰ ਯੂ, ਪਰ ਮੈਂ ਤੈਨੂੰ ਯਕੀਨ ਦਿਲਵਾਨਾ ਹੈ ਦੈਟ ਦੇयर ਆਰ ਮੋਮੈਂਟਸ ਵੈਨ ਆਰਟ ਆਲਮੋਸਟ ਅਟੇਨਸ ਦਾ ਡਿਗਨਿਟੀ ਆਫ ਮੈਨੂਅਲ ਲੇਬਰ। ਕਿ ਜਿਹੜੀ ਕਲਾ ਹੁੰਦੀ ਹੈ ਉਹ ਆਲਮੋਸਟ ਜਿਹੜੀ ਆਪਾਂ ਸਖਤ ਮਿਹਨਤ ਕਰਦੇ ਹਾਂ ਹੱਥਾਂ ਦੇ ਨਾਲ, ਮੈਨੂਅਲ ਲੇਬਰ ਦਾ ਮਤਲਬ ਹੁੰਦਾ ਜਿਹੜੀ ਹੱਥਾਂ ਦੇ ਨਾਲ ਮਿਹਨਤ ਕੀਤੀ ਜਾਂਦੀ ਹੈ ਉਸ ਦੇ ਬਰਾਬਰ ਉਸਦੀ ਇੱਜ਼ਤ ਬਣ ਜਾਂਦੀ ਹੈ। ਮਤਲਬ ਇੱਥੇ ਹੁਣ ਟਰੈਵਰ ਆਪਣੇ ਆਪ ਦਾ ਬਚਾਅ ਕਰ ਰਿਹਾ ਹੈ, ਉਹ ਆਪਣੀ ਸਫਾਈ ਦੇ ਰਿਹਾ ਹੈ ਕਿ ਜੇਕਰ ਠੀਕ ਹੈ ਜਿਹੜੇ ਭਿਖਾਰੀ ਲੋਕ ਹੈ ਉਹ ਆ ਕੇ ਇਸ ਤਰ੍ਹਾਂ ਬਹੁਤ ਦੇਰ ਖੜੇ ਰਹਿੰਦੇ ਨੇ, ਉਹਨਾਂ ਨੂੰ ਮੈਨੂਅਲ ਲੇਬਰ ਕਰਨੀ ਪੈਂਦੀ ਹੈ, ਤਾਂ ਅਸੀਂ ਵੀ ਤਾਂ ਲੇਬਰ ਕਰਦੇ ਹਾਂ, ਸਾਨੂੰ ਵੀ ਉਵੇਂ ਉਨੀ ਦੇਰ ਪੇਂਟਿੰਗ ਕਰਨੀ ਪੈਂਦੀ ਹੈ, ਤਾਂ ਸਾਡੀ ਕਲਾ ਉਹਨਾਂ ਦੀ ਮੈਨੂਅਲ ਲੇਬਰ ਦੇ ਬਰਾਬਰ ਹੈ। ਬਟ ਮਸਟ ਨਾਟ ਚੈਟਰ, ਕਹਿੰਦੇ ਆਪਾਂ ਨੂੰ ਗੱਲਾਂ ਬਾਤਾਂ ਨਹੀਂ ਕਰਨੀਆਂ ਚਾਹੀਦੀਆਂ। ਚੈਟਰ ਦਾ ਮਤਲਬ ਉਹੀ ਗੱਲਾਂ ਬਾਤਾਂ ਹੁੰਦੀਆਂ। ਆਈ ਐਮ ਵੈਰੀ ਬਿਜ਼ੀ, ਮੈਂ ਬਹੁਤ ਜ਼ਿਆਦਾ ਬਿਜ਼ੀ ਹਾਂ। ਕੀਪ ਕੁਆਇਟ, ਚੁੱਪ ਕਰ। ਇਹ ਗੱਲਾਂ ਕਹਿ ਕੇ ਟਰੈਵਰ ਚੁੱਪ ਕਰਾ ਦਿੰਦਾ ਜੀ ਹਿਊਈ ਨੂੰ। ਆਫਟਰ ਸਮ ਟਾਈਮ ਦਾ ਸਰਵੈਂਟ ਕੇਮ ਇਨ, ਕੁਝ ਸਮੇਂ ਬਾਅਦ ਟਰੈਵਰ ਦਾ ਨੌਕਰ ਅੰਦਰ ਆਉਂਦਾ ਹੈ ਐਂਡ ਟੋਲਡ ਟਰੈਵਰ, ਤੇ ਟਰੈਵਰ ਨੂੰ ਕਹਿੰਦਾ ਦੈਟ ਦਾ ਫਰੇਮ ਮੇਕਰ ਵਾਂਟਡ ਟੂ ਸਪੀਕ ਟੂ ਹਿਮ, ਕਿ ਇੱਕ ਫਰੇਮ ਬਣਾਉਣ ਵਾਲਾ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਡੋਂਟ ਰਨ ਅਵੇ, ਭੱਜੀ ਨਾ। ਹਿਊਈ ਹਿਊਈ ਹੀ ਸੈਡ, ਟਰੈਵਰ ਕਹਿੰਦਾ ਐਜ਼ ਹੀ ਵੈਂਟ ਆਊਟ, ਜਦੋਂ ਬਾਹਰ ਜਾ ਰਿਹਾ ਹੁੰਦਾ ਤਾਂ ਟਰੈਵਰ ਹਿਊਈ ਨੂੰ ਕਹਿੰਦਾ ਕਿ ਤੂੰ ਜਾਈ ਨਾ। ਆਈ ਵਿਲ ਬੀ ਬੈਕ ਇਨ ਅ ਮੋਮੈਂਟ, ਮੈਂ ਬੜੀ ਜਲਦੀ ਵਾਪਸ ਆ ਰਿਹਾ ਹਾਂ।